बहुत ही लसानी किस्म का बंदा सी। वो ਜਿਹੜੇ जिन्हां बारे ਅਸੀਂ आम सुन लैंदे ਉਹ भी शहीद होया, ਉਹਨੇ भी काम किया, वो उस तरह का नहीं सी। ਉਹਦੇ 'ਚ कोई खास गल सी यही जी। ਤੇ ਇਹ ਇੱਕ ਮਨ 'ਚ ਸ਼ਿਕਵਾ ਵੀ ਹੈ ਕਿ ਇਦੋਂ ਪਹਿਲਾਂ ਜਿਹੜੇ ਵਿਦਵਾਨ ਹੋਏ, ਜਦੋਂ ਅਜੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਜਿਉਂਦੇ ਸੀ, ਸਰਾਭੇ ਦੀ ਸ਼ਹਾਦਤ ਤੋਂ 60 ਸਾਲ ਬਾਅਦ ਤੱਕ ਉਹ ਜਿਉਂਦੇ ਰਹੇ ਨੇ, ਜਿਨ੍ਹਾਂ ਨੇ ਉਹਦੇ ਨਾਲ ਕੰਮ ਕੀਤਾ। ਤੇ ਉਹਨਾਂ 60 ਸਾਲਾਂ 'ਚ ਕਿਸੇ ਦੇ ਮਨ 'ਚ ਇਹ ਨਾ ਆਈ ਕਿ ਸਰਾਭੇ ਬਾਰੇ ਕੁਝ ਪੁੱਛੀ ਲਈਏ ਇਹਨਾਂ ਤੋਂ। ਇੱਕ ਵੀ ਮੈਨੂੰ ਇਸ ਤਰ੍ਹਾਂ ਦੇ ਉਦਾਹਰਨ ਨਹੀਂ ਮਿਲੀ ਵੀ ਕਿਸੇ ਨੇ ਜਾ ਕੇ ਉਹਨਾਂ ਨੂੰ ਇੰਟਰਵਿਊ ਕੀਤਾ ਹੋਵੇ ਵੀ ਯਾਰ ਸਾਨੂੰ ਸਰਾਭੇ ਬਾਰੇ ਦੱਸੋ। ਸੋ ਇਹਦੇ ਵਿੱਚ ਜਿਹੜਾ ਤੂਫਾਨ ਹੈ, ਉਹਦੇ 'ਚ ਜਿਹੜਾ ਵੇਗ ਹੈ, ਉਹਦੀ ਗਤੀ ਹੈ, ਉਹਦਾ ਮੋਮੈਂਟਮ, ਉਹਦੀ ਸਪੀਡ, ਉਹ ਜਦੋਂ ਤੁਸੀਂ ਦੇਖੋਗੇ ਸਰਾਭੇ ਨੂੰ, ਉਹਦੇ ਵਿੱਚ ਉਹ ਸਾਰੀ ਸਪੀਡ ਹੈ ਕਿ ਕਿੰਨੀ ਛੋਟੀ ਜੀ ਜ਼ਿੰਦਗੀ ਹੈ ਤੇ ਕੀ ਕੁਛ ਕਰ ਗਿਆ। ਅਸੀਂ ਦਿਨਾਂ ਦਾ ਹਿਸਾਬ ਲਾਇਆ ਵੀ ਉਹ ਕਿੰਨੀ ਤਰੀਕ ਨੂੰ ਇਹਨੇ ਹਿੰਦੁਸਤਾਨ 'ਚ ਪੈਰ ਪਾਇਆ ਆ ਕੇ ਤੇ ਕਿੰਨੀ ਤਰੀਕ ਨੂੰ ਫੜਿਆ ਗਿਆ, ਉਹ ਦਿਨ ਗਿਣ ਲਏ। ਹੁਣ ਜਿਹੜੀ ਸਰਾਭੇ ਦੀ ਸ਼ਖਸੀਅਤ 'ਚ ਇਹ ਗੱਲ ਸੀ ਨਾ ਕਿ ਜਿਹਨੂੰ ਮਿਲ ਲੈਂਦਾ ਸੀ ਉਹਨੂੰ ਮਰਨ ਵਾਸਤੇ ਤਿਆਰ ਕਰਨਾ, ਇਹ ਬਹੁਤ ਵੱਡੀ ਗੱਲ ਹੈ। ਵੀ ਜਿਹੜਾ ਬੰਦਾ ਜ਼ਿੰਦਗੀ 'ਚ ਕਦੇ ਮੌਤ ਨਾਲ ਖਹਿ ਕੇ ਨਹੀਂ ਲੰਘਿਆ, ਉਹਨੂੰ ਕੀ ਪਤਾ ਲੱਗੂ ਸਰਾਭਾ ਕੀ ਸੀ। ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਤਿਕਾਰੀ ਯਾਦ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿਤਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੀ ਕਿਤਾਬ ਇਹ ਮੈਂ ਕਿਉਂ ਲਿਖੀ ਜਾਂ ਇਹਦੇ ਵਿੱਚ ਹੈ ਕੀ। ਬਾਬਾ ਸੋਹਣ ਸਿੰਘ ਭਾਕਣਾ ਦਾ ਸ਼ਾਇਦ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਣਾ, ਜਿਹਨੇ ਵੀ ਕਰਤਾਰ ਸਿੰਘ ਸਰਾਭਾ ਬਾਰੇ ਕੁਝ ਪੜ੍ਹਿਆ ਹੋਵੇ, ਕਿਉਂਕਿ ਜਿਸ ਪਾਰਟੀ ਦਾ ਆਗੂ ਕਰਤਾਰ ਸਿੰਘ ਸਰਾਭਾ ਸੀ, ਉਸ ਪਾਰਟੀ ਦਾ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਾਕਣਾ ਸੀ, ਜਿਹੜਾ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲੋਂ ਦੁੱਗਣੀ ਤੋਂ ਵੀ ਵੱਧ ਉਮਰ ਦਾ ਸੀ। ਉਹਦੇ ਬਾਪ ਵਰਗਾ ਹੀ ਸੀ। ਸੋ ਪਾਰਟੀ ਬਣਾਉਣ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਤਾਂ ਉਹ ਬਾਬਾ ਸੋਹਣ ਸਿੰਘ ਭਾਕਣਾ ਸੀ, ਬਾਨੀ ਪ੍ਰਧਾਨ। ਪਰ ਜਦੋਂ ਭਾਰਤ ਵਿੱਚ ਦਾਖਲ ਹੋਣ ਲੱਗਿਆ, ਉਹ ਕਲਕੱਤੇ ਬੰਦਰਗਾਹ ਤੋਂ ਹੀ ਗ੍ਰਿਫਤਾਰ ਕਰ ਲਿਆ। ਉੱਥੋਂ ਗ੍ਰਿਫਤਾਰ ਕਰਕੇ ਲੁਧਿਆਣੇ ਲਿਆਂਦਾ, ਕੁਝ ਚਿਰ ਇੱਥੇ ਰੱਖਿਆ, ਬਾਅਦ ਦੇ ਵਿੱਚ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਉਮਰ ਕੈਦ ਦੀ ਅੰਡੇਮਾਨ ਨਿਕੋਬਾਰ ਉੱਥੇ ਭੇਜਤਾ। ਸੋ ਬਹੁਤ ਲੰਮਾ ਸਿਰ ਉਹਨਾਂ ਨੇ ਆਪਣੀ ਉਮਰ ਜਿਹੜੀ ਹੈ ਉਹ ਜੇਲ੍ਹਾਂ ਦੇ ਵਿੱਚ ਹੀ ਗੁਜ਼ਾਰੀ। ਜੇਲ੍ਹਾਂ ਦੇ ਵਿੱਚ ਵੀ ਉਸ ਮੌਕੇ ਦੇ ਉੱਤੇ ਬਹੁਤ ਸਖਤ ਹਾਲਤਾਂ ਸੀ, ਬਾਰ-ਬਾਰ ਭੁੱਖ ਹੜਤਾਲਾਂ ਕਰਨੀਆਂ ਪਈਆਂ, ਫਿਰ ਰਿਹਾ ਹੋਏ। ਮੇਰੀ ਉਹਨਾਂ ਨਾਲ ਮੁਲਾਕਾਤ ਪਹਿਲੀ ਵਾਰ 1967 ਦੇ ਵਿੱਚ ਹੋਈ ਸੀ। ਉਦੋਂ ਉਹ 90 ਸਾਲਾਂ ਦੇ ਸੀ। ਮੈਂ ਉਦੋਂ ਪਹਿਲੇ ਸਾਲ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ। ਇੱਥੇ ਵਿਸ਼ਵਕਰਮਾ ਸਕੂਲ ਹੁੰਦਾ ਸੀ, ਉਹਦੇ ਵਿੱਚ ਬੁਲਾਇਆ ਤੇ ਉਹਨਾਂ ਦਾ ਅਸੀਂ ਸਮਾਗਮ ਕੀਤਾ। ਉੱਥੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਬਾਬਾ ਜੀ, ਜਿਸ ਆਜ਼ਾਦੀ ਵਾਸਤੇ ਤੁਸੀਂ ਲੜੇ ਸੀ, ਕੀ ਤੁਸੀਂ ਸਮਝਦੇ ਹੋ ਕਿ ਉਹ ਆਜ਼ਾਦੀ ਆ ਗਈ? ਤਾਂ ਬਾਬਾ ਜੀ ਨੇ ਜੋ ਜਵਾਬ ਦਿੱਤਾ, ਉਹਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖਤਾ, ਕਿਉਂਕਿ ਉਸ ਵੇਲੇ ਬਾਬਾ ਜੀ ਦੀ ਜਿਹੜੀ ਕਮਰ ਸੀ ਉਹ ਬਿਲਕੁਲ ਝੁਕ ਚੁੱਕੀ ਸੀ, ਜਿਵੇਂ 90 ਡਿਗਰੀ ਦੇ ਕੋਣ 'ਤੇ ਬੜੀ ਮੁਸ਼ਕਲ ਨਾਲ ਤੁਰਦੇ ਸੀਗੇ, ਬਿਲਕੁਲ ਦੂਰੀ ਹੋ ਗਈ ਸੀ। ਉਹ ਕਹਿੰਦਾ ਵੀ ਜਿਹੜੀ ਮੇਰੀ ਆ ਕਮਰ ਦੂਰੀ ਹੋਈ ਹੈ ਨਾ, ਇਹ ਅੰਗਰੇਜ਼ਾਂ ਦੇ ਜ਼ੁਲਮਾਂ ਕਰਕੇ ਨਹੀਂ, ਇਹ ਆਜ਼ਾਦ ਭਾਰਤ ਦੇ ਵਿੱਚ ਹੋਈ ਹੈ। ਵੀ ਬਾਰ-ਬਾਰ ਮੈਂ ਜੇਲ੍ਹਾਂ 'ਚ ਗਿਆ, ਬਾਰ-ਬਾਰ ਭੁੱਖ ਹੜਤਾਲਾਂ ਹੋਈਆਂ ਤੇ ਬਾਰ-ਬਾਰ ਤਸ਼ੱਦਦ ਹੋਇਆ। ਸੋ ਇਸ ਆਜ਼ਾਦੀ ਵਾਸਤੇ ਅਸੀਂ ਨਹੀਂ ਸੀ ਲੜੇ, ਸਾਡਾ ਆਜ਼ਾਦੀ ਦਾ ਸੁਪਨਾ ਤੇ ਸੰਕਲਪ ਹੋਰ ਸੀ। ਸੋ ਜਦੋਂ ਅਸੀਂ ਉਹ ਗੱਲ ਉਹਦੀ ਸੁਣੀ
कि जे वो आज़ादी अजे नहीं आई तो फिर जिहदे अंदर भी कोई जवानी है जां जोश है जां खून है तो फिर कुछ करिए। सो उन्हां दे वो बोलां ने सानू उत्तेजित किया। चलो अगे फिर सफ़र शुरू होया। सो बाबा सोहण सिंह भाखड़ा ने उम्र दे बहुत अखीर दे विच जाके कुछ शब्द लिखे, मैं तुहाडे नाल साझे करदा। एक पैरे या छोटा जिहा ध्यान ना सुने उहदा एक एक शब्द, उहदे विचों तुहानूं सारी समस्या कि किताब क्यों लिखनी पई ते इस लहर नाल ते इहदे इतिहास नाल की वापरिया, ये गल साफ हो जाएगी। बाबा सोहण सिंह भाखड़ा लिखते ने, कई लिखारियां ने बेसमझी ਜਾਂ ਕਿਸੇ गैर जमहूरी सियासी असर ਹੇਠ ਆ ਕੇ ਗਦਰ ਪਾਰਟੀ ਦੀ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ਾਂ ਦੇ ਏਜੰਟਾਂ ਦਾ ਇਹ ਪ੍ਰਚਾਰ ਸੀ ਕਿ ਗਦਰ ਪਾਰਟੀ ਲਾਲਾ ਹਰਦਿਆਲ ਨੇ ਖੜੀ ਕੀਤੀ ਹੈ, ਨਹੀਂ ਤਾਂ ਇਹ ਪੰਜਾਬੀਆਂ ਦਾ ਅਨਪੜ੍ਹ ਟੋਲਾ ਹੀ ਹੈ। ਸਕੂਲਾਂ ਵਿੱਚ ਨਵੀਆਂ ਲੱਗੀਆਂ ਕਿਤਾਬਾਂ ਵਿੱਚ ਅੰਗਰੇਜ਼ਾਂ ਦੇ ਪ੍ਰਚਾਰ ਦੇ ਪੱਖ ਵਿੱਚ ਅਤੇ ਗਦਰ ਪਾਰਟੀ ਦੀ ਜਮਹੂਰੀ ਲਾਈਨ ਨੂੰ ਇਤਿਹਾਸ ਵਿੱਚੋਂ ਨਬੂਦ ਕਰਨ ਖਾਤਰ ਹਕੂਮਤ ਨੇ ਵੀ ਪਾਲਿਸੀ ਇਖਤਿਆਰ ਕਰ ਲਈ ਹੈ। ਆਜ਼ਾਦ ਦੇਸ਼ ਦੇ ਵਿੱਚ ਹਕੂਮਤ ਨੇ ਪਾਲਿਸੀ ਇਖਤਿਆਰ ਕਰ ਲਈ, ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਸਾਰੇ ਲਿਖਾਰੀ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਗੇ ਅਤੇ ਜਾਗੀ ਹੋਈ ਕੌਮ ਅਤੇ ਦੇਸ਼ ਆਪਣੀ ਇਨਕਲਾਬੀ ਤਰੀਖ ਨੂੰ ਸੱਚੇ ਅਰਥਾਂ ਵਿੱਚ ਜਨਤਾ ਦੇ ਸਾਹਮਣੇ ਲਿਆਉਣ। ਸੋ ਬਾਬਾ ਜੀ ਨੇ ਜਦੋਂ ਇਹ ਲਿਖਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਲਿਖਾਰੀ ਜਿਨ੍ਹਾਂ ਨੇ ਉਸ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਰਮਿੰਦਾ ਹੋਣਗੇ। ਉਹ ਬਹੁਤ ਵਕਫਾ ਲੰਘ ਗਿਆ, ਤਕਰੀਬਨ 60 ਸਾਲ ਕਿਤਾਬਾਂ ਛਪੀ ਗਈਆਂ, ਗੱਲਾਂ ਹੋਈ ਗਈਆਂ ਗਦਰ ਪਾਰਟੀ ਬਾਰੇ ਵੀ, ਸ਼ਹੀਦ ਸਰਾਭਾ ਬਾਰੇ ਵੀ, ਪਰ ਜੋ ਬਾਬਾ ਸੋਹਣ ਸਿੰਘ ਭਾਖੜਾ ਕਹਿ ਕੇ ਗਏ ਨੇ ਕਿ ਇਸ ਦੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਠੀਕ ਕਰਨ ਦਾ ਯਤਨ ਵੱਜਵੇਂ ਰੂਪ 'ਚ ਨਾ ਹੋਇਆ। ਆ ਜਿਹੜਾ ਨੌਜਵਾਨ ਸਭ ਤੋਂ ਪਹਿਲਾਂ ਇੱਥੇ ਕਰਤਾਰ ਸਿੰਘ ਸਰਾਭਾ ਬਾਰੇ ਬੋਲ ਕੇ ਗਿਆ, ਉਹ ਤਾਂ ਆਪਣੇ ਜਣੇ ਬੜੀ ਇਮਾਨਦਾਰੀ ਨਾਲ ਠੀਕ ਭਾਵਨਾ 'ਚੋਂ ਜੋ ਪੜ੍ਹਿਆ ਜੋ ਸੁਣਿਆ ਉਹ ਬੋਲਿਆ। ਉਹ ਜਦੋਂ ਬੋਲ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਕਿੱਡੀ ਤਾਕਤ ਹੁੰਦੀ ਹੈ ਹਕੂਮਤ ਦੇ ਹੱਥ ਦੇ ਵਿੱਚ, ਕਿ ਜੋ ਕਿਤਾਬਾਂ ਛਪਾਤੀਆਂ, ਜੋ ਪ੍ਰਚਾਰਤੀਆਂ, ਜੋ ਸਕੂਲਾਂ ਕੋਲੇ ਪਹੁੰਚਾਤੀਆਂ, ਉਹ ਕਿਵੇਂ ਨੌਜਵਾਨਾਂ ਦੇ ਤੇ ਬੱਚਿਆਂ ਦੇ ਮਨ 'ਤੇ ਜਕੜ ਕਾਇਮ ਕਰ ਲੈਂਦੀਆਂ। ਫਿਰ ਕੁਛ ਕਰਨ ਦੀ ਲੋੜ ਨਹੀਂ, ਆਪਣੇ ਆਪ ਉਹ ਬੋਲੀ ਜਾਣਗੇ, ਇੱਕ ਬੋਲੂ 100 ਸੁਣਨਗੇ, ਉਹ ਗਾਹਾਂ ਹੋਰ ਦੱਸਣਗੇ। ਸੋ ਗਲਤ ਗੱਲਾਂ ਪ੍ਰਾਪੇਗੇਟ ਕਿਵੇਂ ਹੁੰਦੀਆਂ ਇੱਕ ਬੜੇ ਆਰਗੇਨਾਈਜ਼ਡ ਰੂਪ ਦੇ ਵਿੱਚ, ਤੇ ਠੀਕ ਗੱਲ ਜਿਹੜੀ ਕਰਨ ਵਾਲਾ ਹੋਊ ਉਹਦੇ ਕੋਲੇ ਬੜੇ ਸੀਮਤ ਜੇ ਸਾਧਨ ਹੋਣਗੇ। ਉਹਦੀ ਗੱਲ ਨੂੰ ਦਬਾਉਣ ਦੀ ਤੇ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਜਦੋਂ ਪਹਿਲੀ ਕਿਤਾਬ ਲਿਖੀ ਸੀਗੀ ਗਦਰੀ ਬਾਬੇ ਕੌਣ ਸਨ, ਉਹ ਲਿਖਦਿਆਂ ਹੀ ਮੈਨੂੰ ਇਹ ਮਹਿਸੂਸ ਹੋਇਆ ਜਦੋਂ ਇਤਿਹਾਸ 'ਚੋਂ ਕੁਛ ਪੜ੍ਹਿਆ ਕਿ ਕਰਤਾਰ ਸਿੰਘ ਸਰਾਭਾ ਬਾਕੀ ਸੰਗਰਾਮੀਆਂ ਵਰਗਾ ਇੱਕ ਸੰਗਰਾਮੀਆਂ ਨਹੀਂ ਸੀ। ਲਹਿਰਾਂ ਦੇ ਵਿੱਚ ਬਹੁਤ ਲੋਕ ਆਉਂਦੇ ਨੇ, ਬਹੁਤ ਜੁਝਾਰੂ ਆਉਂਦੇ ਆ, ਯੋਧੇ ਆਉਂਦੇ ਆ, ਸ਼ਹੀਦ ਹੁੰਦੇ ਆ, ਸਾਰਿਆਂ ਪ੍ਰਤੀ ਸਤਿਕਾਰ, ਸਾਰੇ ਸਾਡੇ ਸਤਿਕਾਰ ਦੇ ਪਾਤਰ ਹੈ ਜਾਂ ਹੱਕਦਾਰ ਹੈ। ਪਰ ਫਿਰ ਵੀ ਪਰਮਾਤਮਾ ਨੇ, ਵਾਹਿਗੁਰੂ ਨੇ ਕਈਆਂ ਨੂੰ ਕੋਈ ਖਾਸ ਬਖਸ਼ਿਸ਼ ਕੀਤੀ ਹੁੰਦੀ ਹੈ। ਹਰ ਬੰਦਾ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦਾ, ਕਿਸੇ ਨੂੰ ਕੋਈ ਗੁਣ ਦਿੱਤਾ, ਕਿਸੇ ਨੂੰ ਕੋਈ ਗੁਣ ਦਿੱਤਾ। ਸੋ ਵੱਜਵੀਂ ਕਰਤਾਰ ਸਿੰਘ ਸਰਾਭਾ ਬਾਰੇ ਕੋਈ ਗੱਲ ਨਹੀਂ ਸੀ, ਖਿੰਡਵੀਆਂ ਜਿਹੀਆਂ ਗੱਲਾਂ ਪੜ੍ਹੀਆਂ ਨਾਲ ਦੇ ਬੰਦਿਆਂ ਦੀਆਂ। ਕਿਸੇ ਨੇ 1 ਲਾਈਨ ਲਿਖਤੀ, ਕਿਸੇ ਨੇ 4 ਲਾਈਨਾਂ ਲਿਖਤੀਆਂ। ਮੈਨੂੰ ਉਹਦੇ ਵਿੱਚੋਂ ਇਹ ਪ੍ਰਭਾਵ ਬਣਿਆ ਕਿ ਕਰਤਾਰ ਸਿੰਘ ਸਰਾਭਾ ਇੱਕ ਬਹੁਤ ਹੀ ਲਸਾਨੀ ਕਿਸਮ ਦਾ ਬੰਦਾ ਸੀ। ਉਹ ਜਿਹੜੇ ਜਿਨ੍ਹਾਂ ਬਾਰੇ ਅਸੀਂ ਆਮ ਸੁਣ ਲੈਂਦੇ ਹਾਂ, ਉਹ ਵੀ ਸ਼ਹੀਦ ਹੋਇਆ, ਉਹਨੇ ਵੀ ਕੰਮ ਕੀਤਾ, ਉਹ ਉਸ ਤਰ੍ਹਾਂ ਦਾ ਨਹੀਂ ਸੀ। ਉਹਦੇ 'ਚ ਕੋਈ ਖਾਸ ਗੱਲ ਸੀ ਇਹੀ ਜੀ, ਅਤੇ ਉਹ ਗੱਲ ਫੜਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਮੈਂ ਬਾਕੀ ਕੰਮ ਛੱਡ ਕੇ ਆਪਦਾ ਇਹ ਕੰਮ ਸ਼ੁਰੂ ਕੀਤਾ।
ਅੱਜ ਤੋਂ 1.5 ਸਾਲ ਪਹਿਲਾਂ ਇਹ ਸੋਚ ਕੇ ਕਿ 2 ਕੁ ਮਹੀਨਿਆਂ 'ਚ ਇਹ ਜੀਵਨੀ ਲਿਖ ਕੇ ਉਹਦਾ ਜੋ ਸ਼ਤਾਬਦੀ ਹੈ, ਸ਼ਹੀਦੀ ਸ਼ਤਾਬਦੀ ਨਵੰਬਰ 2015 ਦੇ ਵਿੱਚ ਵੀ ਉਦੋਂ ਜਾਰੀ ਕਰ ਦਿਆਂਗੇ। ਪਰ ਜਦੋਂ ਮੈਂ ਪੜ੍ਹਨ ਲੱਗਿਆ, ਤੱਥ ਦੇਖਣ ਲੱਗਿਆ, ਉਹਨਾਂ ਦੀ ਘੋਖ ਕਰਨ ਲੱਗਿਆ, ਤਾਂ ਇਹ ਲੱਗਿਆ ਕਿ ਕਰਤਾਰ ਸਿੰਘ ਸਰਾਭਾ ਦੇ ਨਾਲ ਦੇ ਬੰਦੇ ਕੋਈ ਇੱਕ ਗੱਲ ਲਿਖ ਰਿਹਾ, ਕੋਈ ਉਹਦੇ ਉਲਟ ਲਿਖ ਰਿਹਾ ਤੱਥਾਂ ਦੇ ਮਾਮਲੇ 'ਚ। ਹੁਣ ਨਾਲ ਕੰਮ ਕੀਤਾ ਬੰਦਿਆਂ ਨੇ ਉਹੀ ਸਰਾਭੇ ਬਾਰੇ ਲਿਖ ਰਹੇ, ਉੱਥੇ ਹੀ ਜੋ ਕੁਛ ਤੱਥ ਹਨ ਉਹ ਇੱਕ ਦੂਜੇ ਨਾਲ ਟਕਰਾਈ ਤੁਰੇ ਜਾਂਦੇ ਆ ਵੀ ਸਹੀ ਗੱਲ ਕੀ ਸੀ, ਇਹ ਕਿਵੇਂ ਲੱਭੀ ਜਾਵੇ। ਬੜਾ ਔਖਾ ਹੁੰਦਾ 100 ਸਾਲਾਂ ਬਾਅਦ ਜਾ ਕੇ। ਸੋ ਫਿਰ ਮੈਂ ਕਰ ਲਿਆ, ਮੈਂ ਕਿਹਾ ਵੀ ਨਹੀਂ, ਜਿੰਨਾ ਚਿਰ ਮੇਰੀ ਆਪਦੀ ਤਸੱਲੀ ਨਹੀਂ ਹੁੰਦੀ, ਐਵੇਂ ਇੱਕ ਹਾਜ਼ਰੀ ਲਵਾਉਣ ਵਾਸਤੇ, ਲਿਖਣ ਵਾਸਤੇ ਕਿਤਾਬ ਨਹੀਂ ਲਿਖਣੀ। ਤੇ ਜੇ ਤਸੱਲੀ ਨਹੀਂ ਹੋ ਤਾਂ ਨਹੀਂ ਲਿਖਾਂਗੇ, ਕੋਈ ਗੱਲ ਨਹੀਂ। ਸੋ ਮੈਂ ਲੱਗਿਆ ਰਿਹਾ, ਇਸ ਗੱਲ 'ਤੇ ਲੱਗਿਆ ਰਿਹਾ। ਕੁਛ ਗੱਲਾਂ ਲੱਭਣ ਦੀ ਕੋਸ਼ਿਸ਼ ਕੀਤੀ, ਠੀਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕੀਤਾ ਜਾਵੇ। ਹੁਣ ਜਿਵੇਂ ਰਜਿੰਦਰ ਸਿੰਘ ਜਿਹੜਾ ਪਹਿਲਾਂ ਨੌਜਵਾਨ ਬੋਲ ਕੇ ਗਿਆ, ਉਹਨੇ ਮਤਲਬ ਇਹ ਗੱਲ ਲਿਆਂਦੀ ਕਿ 2 ਸਾਲ ਉਹਨੇ 9ਵੀਂ ਤੇ 10ਵੀਂ ਉੜੀਸਾ ਦੇ ਵਿੱਚ ਜਾ ਕੇ ਪੜ੍ਹਿਆ। ਤੇ ਉੜੀਸਾ ਦੇ ਵਿੱਚ ਕਿਉਂਕਿ ਰਾਜਸੀ ਜਾਗਰਤੀ ਪਹਿਲਾਂ ਆ ਗਈ ਸੀ, ਇਸ ਕਰਕੇ ਉੱਥੋਂ ਉਹਨੂੰ ਰਾਜਸੀ ਜਾਗ ਲੱਗ ਗਈ। ਹੁਣ ਜਦੋਂ ਮੈਂ ਸਾਰਾ ਘੋਖਿਆ, ਇਹ ਬਿਲਕੁਲ ਹੀ ਝੂਠ ਗੱਲ। ਬੰਗਾਲੀਆਂ ਦੀ ਰਾਜਸੀ ਜਾਗਰਤੀ ਕੀ ਸੀ, ਸਰਾਭੇ ਦੀ ਰਾਜਸੀ ਜਾਗਰਤੀ ਕੀ ਸੀ, ਉਹਨਾਂ ਨੂੰ ਜਾਗ ਕਿੱਥੋਂ ਲੱਗੀ, ਇਹਨੂੰ ਜਾਗ ਕਿੱਥੋਂ ਲੱਗੀ, ਬੜਾ ਫਰਕ ਹੈ। ਉਹਨਾਂ ਦਾ ਆਜ਼ਾਦੀ ਦਾ ਸੁਪਨਾ ਸੰਕਲਪ ਕੀ ਸੀ, ਸਰਾਭੇ ਦਾ, ਬਾਬੇ ਭਾਕਣੇ ਦਾ, ਗਾਦਰੀ ਸੰਗਰਾਮੀਆਂ ਦਾ ਕੀ ਸੀ, ਬਹੁਤ ਫਰਕ ਹੈ। ਛੋਟੀ ਜਿਹੀ ਉਦਾਹਰਨ ਆਪਾਂ ਸਮਝੀਏ ਵੀ ਇੱਥੋਂ ਤੁਸੀਂ ਲੁਧਿਆਣੇ ਦੀ ਬੱਸ ਫੜਦੇ ਹੋ ਸਰਾਭੇ ਤੋਂ, ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੁੰਦੀਆਂ ਉਸ ਬੱਸ ਦੇ ਵਿੱਚ, ਪਰ ਲੁਧਿਆਣੇ ਜਾ ਕੇ ਕਈਆਂ ਦੀ ਮੰਜ਼ਿਲ ਲੁਧਿਆਣਾ ਹੀ ਹੁੰਦੀ ਹੈ, ਕਈਆਂ ਦਾ ਸਫ਼ਰ ਉਦੋਂ ਬਹੁਤ ਅੱਗੇ ਵੀ ਹੁੰਦਾ, ਪਰ ਲੱਗੂ ਇਹ ਕਿ ਆ ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੀ ਹੈ। ਸੋ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਹੁੰਦੇ ਨੇ, ਉਸੇ ਆਜ਼ਾਦੀ ਬਾਰੇ ਉਹਨਾਂ ਦਾ ਜਿਹੜਾ ਹੈਗਾ ਵਿਚਾਰ, ਧਾਰਨਾ, ਸੰਕਲਪ, ਉਹ ਜ਼ਰੂਰੀ ਨਹੀਂ ਇੱਕ ਹੋਵੇ। ਨਿਸ਼ਾਨਾ ਲੱਗਦਾ ਇੱਕੋ ਹੀ ਹੈ, ਪਰ ਉਹ ਨਿਸ਼ਾਨੇ ਬਾਰੇ ਸਮਝ ਬਹੁਤ ਵੱਖਰੀ ਹੈ। ਸੋ ਮੰਜ਼ਿਲਾਂ ਅਲੱਗ-ਅਲੱਗ ਪਈਆਂ ਉਦੋਂ ਬਾਅਦ ਜਾ ਕੇ। ਸੋ ਇਹ ਜਦੋਂ ਜਿਹੜੀ ਉੜੀਸਾ ਦੀ ਗੱਲ ਕਰਦੇ ਨੇ, ਪਹਿਲੀ ਗੱਲ ਤਾਂ ਉੜੀਸਾ ਦੇ ਵਿੱਚ ਉਹਨੇ ਸਿਰਫ 1 ਸਾਲ ਲਾਇਆ। ਕਈ ਥਾਵਾਂ 'ਤੇ ਇਹ ਜ਼ਿਕਰ ਆ ਗਿਆ ਕਿਤੇ ਵੀ ਉਹਨੇ ਰਿਵਨੇਸ਼ਾ ਕਾਲਜ ਦੇ ਵਿੱਚ, ਕਟਕ ਦੇ, ਉੜੀਸਾ ਦਾ ਸ਼ਹਿਰ ਹੈ ਕਟਕ, ਉਸ ਕਾਲਜ ਦੇ ਵਿੱਚ 1 ਸਾਲ ਪੜ੍ਹਾਈ ਕੀਤੀ 10ਵੀਂ ਤੋਂ ਬਾਅਦ। ਪਰ ਮੈਂ ਜਦੋਂ ਸਾਰੇ ਤੱਥਾਂ ਦੀ ਖੋਜ ਕੀਤੀ ਤਾਂ ਲੱਗਿਆ ਕਿ ਨਹੀਂ, ਕਿਉਂਕਿ ਸਾਲ ਜਦੋਂ ਮੇਲਦੇ ਆ ਉਹਦੇ ਜਨਮ ਤੋਂ ਲੈ ਕੇ ਉਹਦੀ ਮੌਤ ਤੱਕ ਜੋ ਉਹ ਕੰਮ ਕਰੀ ਜਾ ਰਿਹਾ ਹੈ, ਜੇ ਉਹਨੇ 10ਵੀਂ ਕੀਤੀ ਹੈ, ਕਿੰਨੇ ਸਾਲ ਦੇ ਨੇ ਕੀਤੀ ਹੋਊ, ਕਿੰਨੇ ਸਾਲ ਦਾ ਪੜ੍ਹਨ ਲੱਗਿਆ ਹੋਊ, ਅਮਰੀਕਾ 12 'ਚ ਗਿਆ ਉਹ, ਇਹ ਸਾਰੇ ਜਦੋਂ ਸਾਲ ਜੋੜਦੇ ਆ ਉਹ ਸਾਲ ਪੂਰੇ ਨਹੀਂ ਸੀ ਹੁੰਦੇ। ਸੋ ਫਿਰ ਤੱਥ ਇਹ ਨਿਕਲਿਆ ਕਿ ਉਹਨੇ ਸਿਰਫ 10ਵੀਂ ਉੱਥੇ ਜਾ ਕੇ ਕੀਤੀ 1 ਸਾਲ। ਰਿਵਨੇਸ਼ਾ ਕਾਲਜ ਦੇ ਵਿੱਚ ਇੱਕ ਸਕੂਲ ਸੀ, ਉਸ ਮੌਕੇ ਕਾਲਜਾਂ ਦੇ ਵਿੱਚ ਹੀ ਸਕੂਲ ਹੁੰਦੇ ਸੀ ਜਿਹਨੂੰ ਕਾਲਜੀਏਟ ਸਕੂਲ ਕਹਿੰਦੇ ਹੁੰਦੇ ਸੀ। ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਵੀ ਖਾਲਸਾ ਸਕੂਲ ਸੀ, ਉਹਨੂੰ ਕਾਲਜੀਏਟ ਸਕੂਲ ਕਹਿੰਦੇ ਸੀ। ਸੋ ਸਰਾਭਾ ਨੇ ਰਿਵਨੇਸ਼ਾ ਕਾਲਜ ਦੇ ਕਾਲਜੀਏਟ ਸਕੂਲ 'ਚੋਂ 10ਵੀਂ ਕੀਤੀ। ਹੁਣ ਇੱਕ ਤੱਥ ਵਾਰ-ਵਾਰ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ 7ਵੀਂ 'ਚ ਪੜ੍ਹਦਾ ਸੀ ਤਾਂ ਉਹਨੂੰ ਖਿਆਲ ਆਇਆ ਕਿ ਟਪੂਸੀ ਮਾਰ ਕੇ 2 ਜਮਾਤਾਂ ਅੱਗੇ ਵੱਧ ਨਿਕਲਿਆ ਜਾਵੇ। ਉਹਨੇ 7ਵੀਂ 'ਚ ਪੜ੍ਹਦੇ ਨੇ ਉਸ ਸਕੂਲ 'ਚੋਂ ਜਿੱਥੋਂ 7ਵੀਂ 'ਚ ਪੜ੍ਹਦਾ ਸੀ ਸਰਟੀਫਿਕੇਟ ਲੈ ਲਿਆ 7ਵੀਂ ਦਾ, ਉਹ ਕੱਟ ਕੇ ਉਹਨੇ ਆਪਦੇ ਹੱਥ ਨਾਲ 9ਵੀਂ ਕਰ ਲਿਆ ਅਤੇ ਅਗਲੇ ਸਕੂਲ 'ਚ ਜਾ ਕੇ 9ਵੀਂ ਜਮਾਤ 'ਚ ਦਾਖਲਾ ਲੈ ਲਿਆ। ਸਾਰੀਆਂ ਕਿਤਾਬਾਂ 'ਚ ਜਿੰਨੀਆਂ ਵੀ ਹੁਣ ਤੱਕ ਲਿਖੀਆਂ ਗਈਆਂ ਜਾਂ ਜੋ ਵੀ ਹੁਣ ਤੱਕ ਲਿਖਤਾਂ ਲਿਖੀਆਂ ਗਈਆਂ, ਉਹਨਾਂ ਸਾਰਿਆਂ 'ਚ ਇਹੀ ਗੱਲ ਵਾਰ-ਵਾਰ ਦੁਹਰਾਈ ਜਾਂਦੇ ਆ। ਹੁਣ ਉਹ ਫਿਰ ਅਸੀਂ ਸਾਲ ਮੇਲਣ ਲੱਗੇ ਵੀ ਗੱਲ ਕੀ ਬਣੀ ਇਹ। ਅੱਛਾ, ਫਿਰ ਪੜ੍ਹਦੇ ਪੜ੍ਹਦੇ ਇਹ ਗੱਲ ਲੱਗੀ ਕਿ ਉਸ ਮੌਕੇ ਦੇ ਉੱਤੇ ਜਿਹੜਾ ਸਿਸਟਮ ਸੀ ਸਕੂਲਾਂ ਦਾ ਉਹ ਕੀ ਸੀ।
ਉਹ ਇਹ ਨਿਕਲਿਆ ਕਿ ਪ੍ਰਾਇਮਰੀ ਚੌਥੀ ਤੱਕ ਹੁੰਦੀ ਸੀ ਉਦੋਂ, ਪ੍ਰਾਇਮਰੀ ਤੋਂ ਬਾਅਦ ਮਿਡਲ ਸਕੂਲ ਹੁੰਦਾ ਸੀ 8ਵੀਂ ਤੱਕ। 8ਵੀਂ ਤੱਕ ਅੰਗਰੇਜ਼ੀ ਦਾ ਇੱਕ ਵੀ ਅੱਖਰ ਨਹੀਂ ਸੀ ਪੜ੍ਹਾਇਆ ਜਾਂਦਾ, ਸਿਰਫ ਜਿਹੜੀ ਤੁਹਾਡੀ ਨੇਟਿਵ ਲੈਂਗੁਏਜ ਹੈ ਉਹੀ ਪੜ੍ਹਾਈ ਜਾਂਦੀ ਸੀ। ਅਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਪੜ੍ਹਾਉਣ ਦੀ ਬਜਾਏ ਉਰਦੂ ਪੜ੍ਹਾਉਂਦੇ ਸੀ। ਕਿਸੇ ਸਰਕਾਰੀ ਸਕੂਲ 'ਚ ਪੰਜਾਬੀ ਦਾ ਇੱਕ ਅੱਖਰ ਨਹੀਂ ਸੀ ਪੜ੍ਹਾਉਂਦੇ 8ਵੀਂ ਤੱਕ। ਇਹ ਹਿੰਦੁਸਤਾਨ ਦੇ ਹੋਰ ਕਿਸੇ ਸੂਬੇ 'ਚ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਬਾਕੀ ਸਾਰੇ ਸੂਬਿਆਂ 'ਚ ਉਹਨਾਂ ਦੀ ਆਪਦੀ ਭਾਸ਼ਾ ਪੜ੍ਹਾਈ ਜਾਂਦੀ ਸੀ। ਇਹ ਕਿਉਂ ਕੀਤਾ, ਇਹਦੇ ਪਿੱਛੇ ਹੀ ਬਹੁਤ ਕਹਾਣੀ ਹੈ। ਚਲੋ ਇਹਦੇ ਵਿੱਚ ਮੈਂ ਦੱਸਿਆ ਹੋਇਆ, ਮੈਂ ਬਹੁਤਾ ਇੱਥੇ ਅੱਜ ਵਿਸਥਾਰ 'ਚ ਨਹੀਂ ਜਾਊਂ। 8ਵੀਂ ਤੋਂ ਬਾਅਦ ਸਿੱਧਾ 9ਵੀਂ 'ਚ ਦਾਖਲਾ ਨਹੀਂ ਹੁੰਦਾ ਸੀ। 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਹੁੰਦਾ ਸੀ। ਉਸ ਤੋਂ ਬਾਅਦ 2 ਸਾਲ ਜਿਹਨੂੰ ਕਹਿੰਦੇ ਸੀ ਜੂਨੀਅਰ ਅਤੇ ਸੀਨੀਅਰ, ਸਿਰਫ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ, ਹੋਰ ਕੋਈ ਸਬਜੈਕਟ ਨਹੀਂ। ਉਹ ਜੂਨੀਅਰ ਪਾਸ ਕਰਨਾ ਅਤੇ ਸੀਨੀਅਰ ਪਾਸ ਕਰਨਾ ਉਹਨੂੰ ਕਹਿੰਦੇ ਸੀ। ਉਹ 2 ਸਾਲ ਲਾ ਕੇ ਫਿਰ 9ਵੀਂ 'ਚ ਦਾਖਲਾ ਹੁੰਦਾ ਸੀ। ਸੋ 7ਵੀਂ 'ਚੋਂ 9ਵੀਂ 'ਚ ਕਿਵੇਂ ਜਾ ਸਕਦਾ ਹੈ? 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਆਊ, ਜੂਨੀਅਰ ਅਤੇ ਸੀਨੀਅਰ ਪਾਸ ਕਰਨੀ ਪਊ। ਸੋ ਇਹ ਲੱਗਿਆ ਕਿ ਇਹ ਤੱਥ ਠੀਕ ਨਹੀਂ। ਸੋ ਇਸ ਤਰ੍ਹਾਂ ਮਤਲਬ ਜਿਹੜੇ ਕਿਸੇ ਨੇ ਇੱਕ ਗੱਲ ਲਿਖਤੀ, ਦੂਜੀ ਕਿਸੇ ਨੇ ਘੋਖੀ ਨਾ, ਦੂਜੇ ਨੇ ਵੀ ਉਹੀ ਰਿਪੀਟ ਕਰਤੀ, ਤੀਜੇ ਨੇ, ਅਖੀਰ ਨੂੰ ਉਹ ਸੱਚਾਈ ਮੰਨਣ ਲੱਗ ਜਾਂਦੇ ਆ ਲੋਕ। ਇਹ ਤਾਂ ਮੈਂ ਕੁਛ ਕੁ ਉਦਾਹਰਨਾਂ ਦਿੱਤੀਆਂ ਨੇ ਵੀ ਤੱਥ ਵਿਗੜਦੇ ਕਿਵੇਂ ਆ। ਸੋ ਮੇਰੇ ਮੁਤਾਬਕ ਫਿਰ ਜੋ ਸਾਰੀ ਖੋਜ ਬਣੀ, ਜਿੰਨੀ ਅਜੇ ਵੀ ਇਹਦੇ ਵਿੱਚ ਬੜੇ ਗੈਪਸ ਪਏ ਨੇ। ਅਤੇ ਇਹ ਇੱਕ ਮਨ 'ਚ ਸ਼ਿਕਵਾ ਵੀ ਹੈ ਕਿ ਇਦੋਂ ਪਹਿਲਾਂ ਜਿਹੜੇ ਵਿਦਵਾਨ ਹੋਏ, ਜਦੋਂ ਅਜੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਜਿਉਂਦੇ ਸੀ, ਸਰਾਭੇ ਦੀ ਸ਼ਹਾਦਤ ਤੋਂ 60 ਸਾਲ ਬਾਅਦ ਤੱਕ ਉਹ ਜਿਉਂਦੇ ਰਹੇ ਨੇ, ਜਿਨ੍ਹਾਂ ਨੇ ਉਹਦੇ ਨਾਲ ਕੰਮ ਕੀਤਾ। ਅਤੇ ਉਹਨਾਂ 60 ਸਾਲਾਂ 'ਚ ਕਿਸੇ ਦੇ ਮਨ 'ਚ ਇਹ ਨਾ ਆਈ ਕਿ ਸਰਾਭੇ ਬਾਰੇ ਕੁਛ ਪੁੱਛ ਹੀ ਲਈਏ ਇਹਨਾਂ ਤੋਂ। ਇੱਕ ਵੀ ਮੈਨੂੰ ਇਸ ਤਰ੍ਹਾਂ ਦੇ ਉਦਾਹਰਨ ਨਹੀਂ ਮਿਲੀ ਵੀ ਕਿਸੇ ਨੇ ਜਾ ਕੇ ਉਹਨਾਂ ਨੂੰ ਇੰਟਰਵਿਊ ਕੀਤਾ ਹੋਵੇ ਵੀ ਯਾਰ ਸਾਨੂੰ ਸਰਾਭੇ ਬਾਰੇ ਦੱਸੋ। ਮੈਨੂੰ ਲੱਗਿਆ ਵੀ ਕਿਉਂ ਨਹੀਂ ਕਿਸੇ ਦੇ ਮਨ 'ਚ ਉਤਸੁਕਤਾ ਪੈਦਾ ਹੋਈ। ਫਿਰ ਮੈਨੂੰ ਇਹ ਲੱਗਿਆ ਕਿ ਅਸਲ ਦੇ ਵਿੱਚ ਗੱਲ ਕੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਚਿੱਤਰਕਾਰ ਦੀ ਜੀਵਨੀ ਲਿਖਣੀ ਹੈ, ਜਿਹੜੇ ਬੰਦੇ ਨੂੰ ਚਿੱਤਰਕਾਰੀ ਦਾ ਪਤਾ ਨਹੀਂ, ਉਸ ਕਲਾ ਦਾ ਪਤਾ ਨਹੀਂ, ਉਹਦੀ ਜੀਵਨੀ ਕਿਵੇਂ ਲਿਖ ਲੂ। ਜਦੋਂ ਕਿਸੇ ਸਾਇੰਸਦਾਨ ਬਾਰੇ ਜੀਵਨੀ ਲਿਖਣੀ ਹੈ, ਜਿਹੜੇ ਬੰਦਿਆਂ ਨੂੰ ਉਸ ਖੇਤਰ ਦਾ ਪਤਾ ਨਹੀਂ, ਉਹ ਸਾਇੰਸਦਾਨ ਨੂੰ ਕਿਵੇਂ ਡਿਸਕ੍ਰਾਈਬ ਕਰ ਦੂ। ਸੋ ਮੈਨੂੰ ਲੱਗਿਆ ਕਿ ਸਰਾਭਾ ਇੱਕ ਇਨਕਲਾਬੀ ਸੀ, ਲਸਾਨੀ ਕਿਸਮ ਦਾ ਇਨਕਲਾਬੀ। ਮੈਨੂੰ ਤਾਂ ਜਦੋਂ ਜੀ ਕਿਤੇ ਉਹਦੇ ਬਾਰੇ ਕਿਸੇ ਨੇ ਕੋਈ ਲਾਈਨ ਲਿਖੀ, ਜੋ ਮੈਨੂੰ ਲੱਗਦਾ ਸੀ ਕਿ ਉਹ ਤਾਂ ਬਹੁਤ ਵੱਡੀ ਚੀਜ਼ ਸੀ, ਦੂਜੇ ਨੂੰ ਨਹੀਂ ਲੱਗਿਆ। ਜਿਵੇਂ ਆਮ ਹੀ ਬੰਦਾ ਪੜ੍ਹ ਜਾਂਦਾ ਵੀ ਚਲੋ ਇੱਕ ਉਹ ਵੀ ਸੀ। ਸੋ ਇਹ ਲੱਗਿਆ ਕਿ ਜਿਹੜੇ ਬਾਕੀ ਵਿਦਵਾਨ ਸੀ, ਸ਼ਾਇਦ ਉਹਨਾਂ ਨੂੰ ਇਹ ਗੱਲ ਸਰਾਭੇ ਬਾਰੇ ਇਸ ਗੱਲ ਦੀ ਲੋੜ ਹੀ ਨਹੀਂ ਲੱਗੀ ਕਿਸੇ ਨੂੰ। ਹਰਭਜਨ ਸਿੰਘ ਚਮਿੰਡਾ 1978 'ਚ ਜਾ ਕੇ ਪੂਰਾ ਹੋਇਆ। ਸਰਾਭਾ 1915 ਦੇ ਵਿੱਚ ਸ਼ਹੀਦ ਹੋਇਆ। ਦੇਖੋ ਕਿੰਨੇ ਸਾਲ। ਅਤੇ ਹਰਭਜਨ ਸਿੰਘ ਚਮਿੰਡਾ ਨੇ ਲਿਖਿਆ ਕਿ ਮੇਰੇ ਕੋਲ ਬਹੁਤ ਸਾਰਾ ਮਸਾਲਾ ਸੀ, ਸਮੱਗਰੀ, ਕਿਉਂਕਿ ਉਹ ਆਪ ਵੀ ਲਿਖਦਾ ਹੁੰਦਾ ਸੀ, ਪੇਪਰ ਕੱਢਦਾ ਸੀ, ਲਗਾਤਾਰ ਐਕਟਿਵ ਰਿਹਾ। ਉਹ ਕਹਿੰਦਾ ਵੀ 1978 'ਚ ਮੇਰੇ ਕੋਲ ਹਰੀਸ਼ਪੁਰੀ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਇਆ, ਜਿਹੜਾ ਖੋਜ ਕਰ ਰਿਹਾ ਸੀ ਗਦਰ ਪਾਰਟੀ 'ਤੇ। ਕਹਿੰਦਾ ਮੈਂ ਸਾਰਾ ਕੁਛ ਉਹਨੂੰ, ਜਿੰਨਾ ਕੁਛ ਮੇਰੇ ਕੋਲ ਪਿਆ ਸੀ ਉਹਨੂੰ ਦੇਤਾ। ਹਰੀਸ਼ਪੁਰੀ ਨੇ ਕਿਤਾਬ ਲਿਖੀ ਹੈ ਬਹੁਤ ਵੱਡੀ, ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹਦੇ 'ਚ ਹਰਭਜਨ ਸਿੰਘ ਚਮਿੰਡਾ ਬਾਰੇ ਇੱਕ ਸ਼ਬਦ ਨਹੀਂ। ਹਰਭਜਨ ਸਿੰਘ ਚਮਿੰਡਾ ਨੇ ਉਹਨੂੰ ਜੋ ਕੁਛ ਸੌਂਪਿਆ, ਉਹਦੇ 'ਚੋਂ ਇੱਕ ਵੀ ਲਾਈਨ ਦਾ ਹਵਾਲਾ ਨਹੀਂ। ਸੋ ਕਿੰਨੇ ਕੀਮਤੀ ਸੋਮਿਆਂ ਨੂੰ ਕਿਵੇਂ ਉਹਨਾਂ ਨੇ ਬੇਕਾਰ ਕੀਤਾ। ਇਹ ਅਚਨਚੇਤ ਨਹੀਂ ਹੋਇਆ ਵੀ ਕਿਸ ਤੋਂ ਭੁੱਲ ਹੋ ਗਈ। ਹੋਇਆ ਕੀ, ਜਿਵੇਂ ਪਹਿਲੀ ਗੱਲ ਕੀਤੀ ਸੀ ਕਿ ਇੱਕੋ ਬੱਸ ਦੀਆਂ ਸਵਾਰੀਆਂ ਦੀ ਮੰਜ਼ਿਲ ਅਲੱਗ-ਅਲੱਗ ਹੁੰਦੀ ਹੈ। ਆਜ਼ਾਦੀ ਦੇ ਸੰਘਰਸ਼ 'ਚ ਬਹੁਤ ਸਾਰੇ ਸ਼ਾਮਲ ਹੋਏ, ਬੰਗਾਲੀ ਵੀ ਹੋਏ, ਮਰਾਠੀ ਵੀ ਹੋਏ, ਹੋਰ ਵੀ ਹੋਏ।
ਇਹ ਜਿਹੜੀਆਂ ਗਦਰ ਪਾਰਟੀਆਂ ਦੀਆਂ ਸਵਾਰੀਆਂ ਸੀ ਇਹ ਉਹਨਾਂ ਵਰਗੀਆਂ ਨਹੀਂ ਸੀ। ਜੋ ਆਜ਼ਾਦੀ ਦਾ ਸੰਕਲਪ ਇਹਨਾਂ ਦਾ ਸੀ ਤੇ ਜੋ ਉਹਨਾਂ ਦਾ ਸੀ ਉਹ 'ਚ ਬੜਾ ਫਰਕ ਸੀ। ਆਮ ਤੌਰ 'ਤੇ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਚੱਲਦੀ ਹੈ, ਉਹ 'ਚ ਦੋ ਕਿਸਮ ਦੇ ਬੰਦੇ ਆਉਂਦੇ ਨੇ। ਇੱਕ ਉਹ ਜਿਨ੍ਹਾਂ ਨੇ ਰਾਜ ਲੈਣਾ ਹੁੰਦਾ, ਉਹ ਰਾਜ ਕਰਨ ਦੀ ਪਿੱਛੇ ਲਾਲਸਾ ਪਈ ਹੁੰਦੀ ਹੈ ਕਿ ਇਹਨਾਂ ਨੂੰ ਕੱਢ ਕੇ ਅੰਗਰੇਜ਼ਾਂ ਨੂੰ ਅਸੀਂ ਰਾਜ ਕਰਾਂਗੇ। ਇੱਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਰਾਜ ਤੱਕ ਕੋਈ ਮਤਲਬ ਨਹੀਂ, ਕਿ ਰਾਜ ਤਾਂ ਇੱਕ ਵਸੀਲਾ, ਇੱਕ ਸਾਧਨ ਹੈ, ਨਿਸ਼ਾਨੇ ਉਦੋਂ ਵੱਡੇ ਨੇ ਕਿਤੇ। ਉਹ ਇਕੱਲੇ ਇੱਕ ਦੇਸ਼ ਤੱਕ ਵੀ ਸੀਮਤ ਨਹੀਂ, ਜਿਨ੍ਹਾਂ ਕੋਲ ਮਨੁੱਖਤਾ ਦਾ ਦਰਦ ਆ ਸਾਰੀ ਦਾ, ਜਿਨ੍ਹਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਕੋਈ ਇੱਕ ਖਿੱਤਾ ਨਹੀਂ, ਇੱਕ ਆਪਦਾ ਪਿੰਡ, ਆਪਦਾ ਇਲਾਕਾ ਜਾਂ ਆਪਦਾ ਦੇਸ਼ ਨਹੀਂ। ਉਹਨਾਂ ਦੀ ਨਜ਼ਰ, ਉਹਨਾਂ ਦਾ ਵਿਜ਼ਨ, ਉਹਨਾਂ ਦੀ ਦ੍ਰਿਸ਼ਟੀ ਬਹੁਤ ਵੱਡੀ ਹੁੰਦੀ ਹੈ। ਸੋ ਇਹ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਸੀ, ਇਹ ਇੱਕ ਹੋਰ ਦ੍ਰਿਸ਼ਟੀ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਚੱਲੇ ਸੀ। ਉਹ ਦ੍ਰਿਸ਼ਟੀ ਉਹਨਾਂ ਲੋਕਾਂ ਨੂੰ ਮੁਆਫਕ ਨਹੀਂ ਸੀ ਜਿਨ੍ਹਾਂ ਦੀ ਮੰਜ਼ਿਲ ਸਿਰਫ ਰਾਜ ਕਰਨਾ ਸੀ। ਸੋ ਜਦੋਂ ਉਹਨਾਂ ਦੇ ਹੱਥ 'ਚ ਰਾਜ ਆ ਗਿਆ, ਉਹਨਾਂ ਨੇ ਇਸ ਦ੍ਰਿਸ਼ਟੀ ਨੂੰ, ਇਸ ਵਿਚਾਰਧਾਰਾ ਨੂੰ, ਇਹਨਾਂ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਕਰਤੀ ਵੀ ਇਹ ਗੱਲਾਂ ਸਾਹਮਣੇ ਨਾ ਆਉਣ। ਸੋ ਇਹ ਚੱਲਿਆ ਸਿਲਸਿਲਾ। ਸਕੂਲਾਂ, ਕਾਲਜਾਂ, ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੇ ਇਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲਿਆਂਦਾ। ਸੋ ਇੱਕ ਤਾਂ ਇਹ ਪੱਖ ਬਣਦਾ। ਦੂਜੀ ਗੱਲ, ਇਸ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀ ਤੱਥਾਂ ਦੀਆਂ ਗੜਬੜਾਂ ਕਿਵੇਂ ਹੋਈਆਂ, ਉਹ ਤੁਸੀਂ ਇਹ ਕਿਤਾਬ ਪੜ੍ਹੋਗੇ ਤਾਂ ਇਹਦੇ 'ਚੋਂ ਮਿਲ ਜਾਣਗੀਆਂ। ਇੱਕੋ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਬੰਗਾਲ ਦੇ ਵਿੱਚੋਂ ਦੋ ਬੰਦੇ ਆਏ ਇੱਥੇ ਜਦੋਂ ਗਦਰ ਕਰਨਾ ਸੀ। ਇੱਕ ਰਾਸ ਬਿਹਾਰੀ ਬੋਸ, ਜਿਹੜਾ ਬਹੁਤ ਵੱਡਾ ਲੀਡਰ ਸੀ, ਸੂਰਮਾ ਵੀ ਸੀ, ਜਿਹਨੇ ਹਾਰਡਿੰਗ ਦੇ ਉੱਤੇ ਦਿੱਲੀ 'ਚ ਬੰਬ ਸੁੱਟਿਆ ਸੀ, ਜਿਹੜਾ ਵਾਇਸਰਾਏ ਸੀ ਹਿੰਦੁਸਤਾਨ ਦਾ। ਵਾਇਸਰਾਏ ਬਚ ਗਿਆ ਸੀ, ਜ਼ਖਮੀ ਹੋ ਗਿਆ ਸੀ, ਪਰ ਇਹ ਫਿਰ ਅੰਡਰਗਰਾਊਂਡ ਹੋ ਗਿਆ ਸੀ। ਸੋ ਇਹ ਆ ਕੇ ਇਹਨੇ ਪੰਜਾਬ ਦੇ ਵਿੱਚ ਆ ਕੇ ਜਨਵਰੀ ਦੇ ਵਿੱਚ ਡੇਰਾ ਲਾ ਲਿਆ ਸੀ ਕਿ ਬਗਾਵਤ ਕਰਨ ਵਾਸਤੇ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਟਿਕਾਣੇ ਬਣਾ ਕੇ ਉੱਥੋਂ ਸਾਰੇ ਕੁਛ ਨੂੰ ਗਾਈਡ ਕਰ ਰਿਹਾ ਸੀ। ਤੇ ਉਹਦਾ ਅਸਿਸਟੈਂਟ ਸੀ ਸਚਿੰਦਰ ਨਾਥ ਸਨਿਆਲ। ਸੋ ਰਾਸ ਬਿਹਾਰੀ ਬੋਸ ਤਾਂ ਜਦੋਂ ਗਦਰ ਦੀ ਸਕੀਮ ਫੇਲ ਹੋ ਗਈ, ਬਾਹਰ ਨਿਕਲ ਗਿਆ। ਉਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਪ੍ਰੋਫੈਸਰ ਪੂਰਨ ਸਿੰਘ ਕੋਲੇ ਰਿਹਾ। ਉਸ ਮੌਕੇ ਦੇ ਉੱਤੇ ਪ੍ਰੋਫੈਸਰ ਪੂਰਨ ਸਿੰਘ ਨੇ ਉਹਨੂੰ ਜਾਪਾਨ ਦੇ ਵਿੱਚ ਕੱਢਿਆ, ਜਾਪਾਨ ਭੇਜਿਆ ਚੋਰੀਓਂ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜਾਪਾਨ 'ਚ ਬਹੁਤ ਚਿਰ ਰਹਿ ਕੇ ਆਏ ਸੀ। ਸੋ ਉਹਦੀ ਤਾਂ ਫਿਰ ਉੱਥੇ ਹੀ ਮੌਤ ਹੋ ਗਈ ਬਾਅਦ ਦੇ ਵਿੱਚ। ਸਚਿੰਦਰ ਨਾਥ ਸਨਿਆਲ ਜਿਹੜਾ ਹੈ, ਉਹ ਬਹੁਤ ਚਿਰ ਸਰਗਰਮ ਰਿਹਾ ਗਦਰ ਪਾਰਟੀ ਵਾਲਿਆਂ ਨਾਲ, ਪਹਿਲਾਂ ਸਰਾਭੇ ਹੋਰਿਆਂ ਨਾਲ, ਸਾਰਿਆਂ ਨਾਲ ਚੱਲਿਆ। ਉਸ ਤੋਂ ਬਾਅਦ ਉਹਨੇ ਪੰਜਾਬ ਦੇ, ਯੂਪੀ ਦੇ ਵਿੱਚ ਜਿਹੜਾ ਸ਼ਹੀਦ ਕਰਤਾ ਆਪਣਾ ਭਗਤ ਸਿੰਘ ਦਾ ਗਰੁੱਪ ਸੀ, ਰਾਮ ਪ੍ਰਸਾਦ ਬਿਸਮਲ, ਚੰਦਰ ਸ਼ੇਖਰ ਆਜ਼ਾਦ, ਇਹਨਾਂ ਨੂੰ ਸਾਰਿਆਂ ਨੂੰ ਉਹਨੇ ਜਥੇਬੰਦ ਕੀਤਾ, ਉਹਨੇ ਸੇਧ ਦਿੱਤੀ। ਉਹ ਚੰਗਾ ਵਿਦਵਾਨ ਵੀ ਸੀ ਤੇ ਚੰਗਾ ਕਰਮਯੋਗੀ ਵੀ ਸੀ। ਉਸ ਨੇ ਆਪਦੀ ਜਿਹੜੀ ਸਵੈ ਜੀਵਨੀ, ਉਹਦੇ ਵਿੱਚ ਇੱਕ ਤੱਥ ਦਾ ਜ਼ਿਕਰ ਕੀਤਾ ਕਿ ਜਦੋਂ 15 ਫਰਵਰੀ ਨੂੰ, ਨਾ 12 ਫਰਵਰੀ 1915 ਨੂੰ, ਜਿੱਦਣ ਬਗਾਵਤ ਕਰਨ ਦਾ ਦਿਨ ਤੈਅ ਹੋਇਆ ਕਿ 21 ਫਰਵਰੀ ਨੂੰ ਆਪਾਂ ਬਗਾਵਤ ਕਰਨੀ ਹੈ, ਲਾਹੌਰ ਮੋਚੀ ਗੇਟ ਕੋਲੇ ਉਹਨਾਂ ਦਾ ਕਮਰਾ ਹੁੰਦਾ ਸੀਗਾ, ਮਕਾਨ ਕਿਰਾਏ 'ਤੇ ਲਿਆ, ਜਿਹੜਾ ਮੇਨ ਉਹਨਾਂ ਦਾ ਅੱਡਾ ਸੀ। ਉੱਥੇ ਮੀਟਿੰਗ ਹੋਈ। ਜਦੋਂ ਤਰੀਕ ਤੈਅ ਕਰ ਲਈ, ਨਾਲ ਫਿਰ ਇਹ ਏਜੰਡਾ ਆ ਗਿਆ ਕਿ ਉਸ ਦਿਨ ਆਪਾਂ ਝੰਡਾ ਕਿਹੜਾ ਚਲਾਉਣਾ ਹੈ, ਕਿ ਜਦੋਂ ਆਪਾਂ ਛਾਉਣੀਆਂ 'ਤੇ ਕਬਜ਼ੇ ਕਰ ਲਏ ਤਾਂ ਝੰਡਾ ਕਿਹੜਾ ਚਲਾਉਣਾ, ਝੰਡਾ ਤਿਆਰ ਕਰੋ। ਸਚਿੰਦਰ ਨਾਥ ਸਨਿਆਲ ਨੇ ਲਿਖਿਆ ਕਿ ਜਦੋਂ ਝੰਡਾ ਤਿਆਰ ਕਰਨ ਲੱਗੇ, ਉਹਦੇ 'ਚ ਦੋ ਰੰਗ ਪਾਏ ਗਏ ਸੀ ਪਹਿਲਾਂ, ਇੱਕ ਹਰਾ ਤੇ ਇੱਕ ਸੈਫਰਨ, ਜਿਹਨੂੰ ਆਪਾਂ ਕਹਿੰਦੇ ਹਾਂ ਕੇਸਰੀ, ਭਗਵਾ, ਕਿ ਦੋ ਭਾਈਚਾਰਿਆਂ ਦੀ ਏਕਤਾ ਦਾ ਪ੍ਰਤੀਕ, ਇੱਕ ਮੁਸਲਮਾਨ, ਦੂਜਾ ਹਿੰਦੂ। ਇਹ ਉਹਨੇ ਲਿਖਿਆ। ਕਹਿੰਦਾ ਉਸ ਮੀਟਿੰਗ 'ਚ ਸਿੱਖਾਂ ਨੇ ਇਹ ਪੋਜੀਸ਼ਨ ਰੱਖੀ ਕਿ ਸਾਡਾ ਰੰਗ ਵੀ ਪਾਓ।
ਤੇ ਉਹਨੇ ਸ਼ਬਦ ਇਹ ਵਰਤੇ, ਕਹਿੰਦਾ ਸਿੱਖਾਂ ਨੇ ਬਹੁਤ ਜ਼ੋਰ ਦੇ ਕੇ ਫਿਰ ਆਪਦਾ ਰੰਗ ਪਵਾਇਆ। ਹੁਣ ਇਹ ਬੰਦਾ ਆਮ ਪੜ੍ਹ ਜਾਂਦਾ ਵੀ ਠੀਕ ਹੈ, ਸਿੱਖਾਂ ਨੇ ਇਹ ਜ਼ੋਰ ਨਾਲ ਮੰਗ ਰੱਖੀ ਤੇ ਆਪਦਾ ਰੰਗ ਪਵਾਇਆ। ਹੁਣ ਜਿਹੜਾ ਜ਼ੋਰ ਪਾ ਕੇ ਕਹਿਣਾ ਵੀ ਜ਼ੋਰ ਪਾ ਕੇ ਪਵਾਇਆ, ਜਿਹਦਾ ਮਤਲਬ ਕਿਸੇ ਨੇ ਵਿਰੋਧ ਕੀਤਾ ਹੋਊ ਵੀ ਨਹੀਂ ਪੈਣ ਦੇਣਾ ਚਾਹੀਦਾ, ਉਹ ਕਿਹਨੇ ਵਿਰੋਧ ਕੀਤਾ ਹੋਊ, ਜ਼ੋਰ ਕਿਉਂ ਪਾਉਣਾ ਪਿਆ ਸਿੱਖਾਂ ਨੂੰ? ਇੱਕ ਤਾਂ ਇਹ ਸਵਾਲ। ਦੂਜਾ, ਉਸ ਮੀਟਿੰਗ 'ਚ ਬੰਦੇ ਕੌਣ ਕੌਣ ਸੀ ਭਲਾ ਦੇਖੋ। ਜਦੋਂ ਅਸੀਂ ਉਹ ਖੋਜ ਕੀਤੀ ਤਾਂ ਉਹਦੇ 'ਚ ਸਿਰਫ 4 ਸਿੱਖ ਹਾਜ਼ਰ ਸੀ। ਇੱਕ ਕਰਤਾਰ ਸਿੰਘ ਸਰਾਭਾ ਸੀ ਤੇ ਦੂਜਾ ਬਾਬਾ ਹਰਨਾਮ ਸਿੰਘ, ਜਿਹਨੂੰ ਟੁੰਡੀ ਲਾਟ ਕਹਿੰਦੇ ਆ, ਉਹ ਸੀ। ਬਾਬਾ ਹਰਨਾਮ ਸਿੰਘ ਜਿਹੜਾ ਟੁੰਡੀ ਲਾਟ ਹੈ, ਟੁੰਡੀ ਲਾਟ ਨੂੰ ਤਾਂ ਕਹਿੰਦੇ ਸੀ ਕਿ ਉਹਦਾ ਬੰਬ ਬਣਾਉਂਦੇ ਦਾ ਹੱਥ ਉੱਡ ਗਿਆ ਸੀ। ਉਹ ਹੱਥ ਵੀ ਇੱਕ ਹਿਸਾਬ ਨਾਲ ਕਰਤਾਰ ਸਿੰਘ ਸਰਾਭੇ ਦੇ ਪੈਰੋਂ ਹੀ, ਗਲਤੀ ਨਹੀਂ, ਮਤਲਬ ਕਰਤਾਰ ਸਿੰਘ ਸਰਾਭਾ 'ਚ ਇੱਕ ਅਜੀਬ ਕਿਸਮ ਦਾ ਜੋਸ਼ ਸੀ ਕਿ ਅਮਰੀਕਾ ਦੇ ਵਿੱਚ ਇਹ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਬਾਬਾ ਹਰਨਾਮ ਸਿੰਘ ਨੇ। ਤੇ ਇੱਕ ਦਿਨ ਫਿਰ ਸੈਕਰਾਮੈਂਟੋ ਦੇ ਵਿੱਚ ਜਲਸਾ ਹੋਇਆ। ਉਸ ਮੌਕੇ ਸਰਾਭੇ ਦੀ ਗੁੱਟ 'ਤੇ ਸੱਟ ਵੱਜੀ ਹੋਈ ਸੀ, ਹਸਪਤਾਲ 'ਚ ਸੀ ਇਹ, ਪਰ ਇਹ ਗੁੱਟ ਬਣਾ ਕੇ ਉਸ ਕਾਨਫਰੰਸ 'ਚ ਆਇਆ। ਕਾਨਫਰੰਸ ਤੋਂ ਬਾਅਦ ਉੱਥੇ ਨੇੜੇ ਬਾਬਾ ਵਿਸਾਖਾ ਸਿੰਘ ਤੇ ਭਾਈ ਜਵਾਲਾ ਸਿੰਘ ਤੇ ਸੰਤੋਖ ਸਿੰਘ ਦਾ ਫਾਰਮ ਸੀ, ਹੋਲਟ ਫਾਰਮ, ਸਟਾਕਟਨ ਦੇ ਨੇੜੇ, ਬਹੁਤ ਵੱਡਾ। ਉੱਥੇ ਚਲੇ ਗਏ ਰਾਤ ਨੂੰ। ਉੱਥੇ ਜਾ ਕੇ ਉਹਨਾਂ ਨੇ ਕਿਹਾ ਉਹਨੂੰ, ਹਰਨਾਮ ਸਿੰਘ ਨੂੰ, ਵੀ ਜਿਹੜੇ ਬੰਬਾਂ ਦੀ ਤੂੰ ਟ੍ਰੇਨਿੰਗ ਲਈ ਹੈ ਸਾਨੂੰ ਵੀ ਦੱਸ। ਸਰਾਭੇ ਨੇ ਉਹ ਬੰਬ ਬਣਾ ਕੇ ਉਹਨੇ ਟੈਸਟ ਕਰ ਕਰਕੇ ਦਿਖਾਈ ਗਿਆ। ਪਿੱਛੋਂ ਮਸਾਲਾ ਬਚ ਰਿਹਾ ਵਾਹਵਾ। ਤੇ ਹਰਨਾਮ ਸਿੰਘ ਨੇ ਲਿਖਿਆ, ਕਹਿੰਦਾ ਜਿਹਨੇ ਮੈਨੂੰ ਗੋਰੇ ਨੇ ਟ੍ਰੇਨਿੰਗ ਦਿੱਤੀ ਸੀ ਉਹਨੇ ਇਹ ਕਿਹਾ ਸੀ ਵੀ ਜਿਹੜਾ ਪਿੱਛੋਂ ਬਚ ਰਹਿੰਦਾ ਹੈ ਉਹਨੂੰ ਸੁੱਟ ਦਿਓ ਬਸ, ਕਿਉਂਕਿ ਉਹ ਕਿਤੇ ਵੀ ਮਾੜੀ ਮੋਟੀ ਸੱਟ ਲੱਗਣ ਨਾਲ, ਉਸ ਮੌਕੇ ਬੜੇ ਕਰੂਡ ਜਿਹੇ ਬੰਬ ਹੁੰਦੇ ਸੀ, ਵੀ ਉਹ ਚੱਲ ਸਕਦਾ ਹੁੰਦਾ। ਉਹ ਕਹਿੰਦਾ ਮੈਂ ਕੁਛ ਬੰਬ ਬਣਾ ਕੇ ਉਹਨਾਂ ਨੂੰ ਦਿਖਾਏ ਤੇ ਮੁੜ ਕੇ ਜਿਹੜਾ ਬਚ ਰਿਹਾ, ਸਰਾਭਾ ਕਹਿੰਦਾ ਵੀ ਸੁੱਟੀ ਨਾ ਜਾ ਇਹਨਾਂ ਨੂੰ, ਵੀ ਇਹਦਾ ਕੋਈ ਵੱਡਾ ਬੰਬ ਬਣਾ ਕੇ ਟੈਸਟ ਕਰਾਂਗੇ, ਕੋਈ ਗੱਲ ਨਹੀਂ, ਤੂੰ ਰੱਖ ਛੱਡ। ਤੇ ਇਹ ਕਹਿ ਕੇ ਸਰਾਭਾ ਤਾਂ ਗੱਡੀ ਚੜ੍ਹ ਗਿਆ ਸਨ ਫਰਾਂਸਿਸਕੋ ਨੂੰ। ਤੇ ਉਹ ਕਹਿੰਦਾ ਵੀ ਮੈਂ ਹੱਥ ਨਾਲ ਐਂ ਇਕੱਠਾ ਕਰਨ ਲੱਗ ਗਿਆ ਮਸਾਲਾ। ਉਹ ਇਕੱਠਾ ਕਰਕੇ ਜਿਵੇਂ ਐਂ ਹੁੰਦਾ ਵੀ ਉਹਨੂੰ ਐਂ ਲੱਡੂ ਜਿਹਾ ਬਣਾਈਦਾ, ਉਦੋਂ ਦਬਾਅ ਪਿਆ, ਉਹ ਬੰਬ ਚੱਲ ਗਿਆ। ਉਹਦੇ ਨਾਲ ਉਹਦਾ ਇੱਥੋਂ ਤੱਕ ਬਾਂਹ ਉੱਡ ਗਈ। ਸੋ ਉਸੇ ਮੌਕੇ ਉਹਨੂੰ ਫਿਰ ਉੱਥੋਂ ਬਾਬਾ ਭਾਕਣਾ ਹੀ ਉੱਥੇ ਹਾਜ਼ਰ ਸੀਗੇ। ਬਾਬਾ ਸੋਹਣ ਸਿੰਘ ਭਾਕਣਾ ਹੋਰੀ ਉਹਨੂੰ ਲੈ ਕੇ ਗਏ, ਹਸਪਤਾਲ ਲੈ ਕੇ ਗਏ, ਇੱਕ ਘੋੜਾ ਗੱਡੀ ਦੇ ਉੱਤੇ ਕਰਕੇ। ਉੱਥੇ ਕਿਸੇ ਮੁਸਲਮਾਨ ਦੇ ਨਾਂ 'ਤੇ ਹਸਪਤਾਲ 'ਚ ਉਹਨੂੰ ਐਡਮਿਟ ਕਰਵਾਇਆ। ਅਗਲੇ ਦਿਨ ਅਖਬਾਰਾਂ 'ਚ ਖਬਰਾਂ ਲੱਗ ਗਈਆਂ। ਕੁਦਰਤੀ ਬਚਾਅ ਇਹ ਹੋ ਗਿਆ ਕਿ 5 ਜੁਲਾਈ ਦਾ ਦਿਨ ਸੀ। ਉਸ ਦਿਨ 4 ਜੁਲਾਈ ਅਮਰੀਕਾ ਦਾ ਆਜ਼ਾਦੀ ਦਾ ਦਿਨ ਹੈ। ਇਹਨਾਂ ਨੇ ਕਹਾਣੀ ਇਹ ਬਣਾ ਲਈ ਕਿ ਅਸੀਂ ਅਮਰੀਕਾ ਦੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ, ਰਾਤ ਨੂੰ ਉਹਦੇ ਪਟਾਕੇ ਚਲਾ ਰਹੇ ਸੀ, ਉੱਥੇ ਚਲਾਉਂਦੇ ਨੇ ਉਹ, ਤੇ ਇਸ ਕਰਕੇ ਫਟ ਗਏ। ਇਸ ਕਰਕੇ ਇਸ ਨੂੰ ਪਤਾ ਹੀ ਨਹੀਂ ਲੱਗਿਆ। ਚਲੋ ਉਹ ਗੱਲ ਵੱਖਰੀ ਹੈ। ਮੈਂ ਉਸ ਮੀਟਿੰਗ ਦੀ ਗੱਲ ਕਰ ਰਿਹਾ ਸੀ ਕਿ ਬਾਬਾ ਹਰਨਾਮ ਸਿੰਘ 'ਚ ਉਹਨਾਂ ਸਿੱਖ ਧਾਰਮਿਕ ਜਜ਼ਬਾ ਨਹੀਂ ਸੀ, ਸਾਰਿਆਂ ਨੂੰ ਪਤਾ, ਕਿਉਂਕਿ ਬਾਅਦ ਦੇ ਵਿੱਚ ਉਹਦੀਆਂ ਜੋ ਲਿਖਤਾਂ ਉਹ ਤੋਂ ਪਤਾ ਲੱਗਦਾ। ਇਸ ਕਰਕੇ ਭਾਈ ਹਰਨਾਮ ਸਿੰਘ ਤਾਂ ਇਸ ਗੱਲ 'ਤੇ ਬੜਾ ਜ਼ੋਰ ਨਹੀਂ ਪਾ ਸਕਦਾ ਵੀ ਉਹਨੇ ਜ਼ੋਰ ਪਾਇਆ ਹੋਵੇ। ਸੋ ਲੈ ਦੇ ਕੇ ਕਰਤਾਰ ਸਿੰਘ ਸਰਾਭਾ ਹੀ ਬਚਦਾ ਉਹਨਾਂ 'ਚੋਂ, ਜਿਹੜੇ 4 ਬੰਦੇ ਹਾਜ਼ਰ ਸੀ। ਹੁਣ ਜੇ ਕਰਤਾਰ ਸਿੰਘ ਸਰਾਭਾ ਜ਼ੋਰ ਪਾ ਰਿਹਾ ਵੀ ਸਿੱਖਾਂ ਦਾ ਰੰਗ ਵੀ ਵਿੱਚ ਹੋਣਾ ਚਾਹੀਦਾ, ਤਾਂ ਇਹ ਬੜੀ ਸਿਗਨੀਫੀਕੈਂਟ ਗੱਲ ਹੈ। ਇੱਥੋਂ ਦੇ ਜਜ਼ਬੇ ਦਾ, ਉਹਦੀ ਸੋਚ ਦਾ ਉਹ ਪਤਾ ਲੱਗਦਾ ਕੀ ਸੀ। ਸੋ ਕਿਉਂਕਿ ਬਾਅਦ ਦੇ ਵਿੱਚ ਬਣ ਇਹ ਗਿਆ ਇੱਕ ਕਿ ਧਰਮ ਦੀ ਗੱਲ ਕਰਨਾ ਇਹ ਬੜੀ ਮਾੜੀ ਗੱਲ ਹੈ, ਇਹਦੇ ਨਾਲ ਤੰਗ ਨਜ਼ਰੀ ਪੈਦਾ ਹੁੰਦੀ ਹੈ, ਇਹ ਫਿਰਕਾ ਪ੍ਰਸਤੀ ਹੈ, ਇਹ ਜਚਾਤੀਆਂ ਮਨਾਂ ਦੇ ਵਿੱਚ ਧਾਰਨਾਵਾਂ। ਇਸ ਕਰਕੇ ਇਹਨਾਂ ਗੱਲਾਂ ਨੂੰ ਪਾਸੇ ਹੀ ਕੱਢਤਾ। ਫਿਰ ਇਹ ਤੱਥ ਹੀ ਨਹੀਂ ਲਿਆਂਦਾ ਕਿਸੇ ਨੇ ਵੀ ਕੋਈ ਝੰਡਾ ਵੀ ਇਸ ਤਰ੍ਹਾਂ ਦਾ ਬਣਿਆ ਸੀ, ਕੋਈ ਰੌਲਾ ਵੀ ਪਿਆ ਸੀ। ਚਲੋ ਇਸ ਤੱਕ ਤਾਂ ਕਿਹਨੇ ਜਾਣਾ ਵੀ ਉਹ ਮੀਟਿੰਗ 'ਚ ਬੰਦੇ ਕਿਹੜੇ ਕਿਹੜੇ ਹਾਜ਼ਰ ਸੀ। ਸੋ ਕਿਤਾਬ 'ਚ ਮੈਂ 4 ਬੰਦਿਆਂ ਦੇ ਨਾਂ ਦਿੱਤੇ ਨੇ, ਤੇ ਜਿਹਨੇ ਵਿਰੋਧ ਕੀਤਾ ਹੋਊ ਉਹ ਰਾਸ ਬਿਹਾਰੀ ਬੋਸ ਤੋਂ ਬਿਨਾਂ ਹੋਰ ਕੋਈ ਬੰਦਾ ਨਹੀਂ, ਕਿਉਂਕਿ 2 ਹਿੰਦੂ ਆ ਉੱਥੇ, ਸਿਰਫ ਮੁਸਲਮਾਨ ਕੋਈ ਨਹੀਂ। ਇੱਕ ਜਮਨਾ ਦਾਸ ਆ ਜਿਹੜਾ ਉਹਦਾ ਅਸਿਸਟੈਂਟ ਸੀ ਚਾਹ ਪਾਣੀ ਬਣਾਉਣ ਵਾਸਤੇ, ਤੇ ਇੱਕ ਰਾਸ ਬਿਹਾਰੀ ਬੋਸ ਹੈ। ਹੁਣ ਰਾਸ ਬਿਹਾਰੀ ਬੋਸ ਇਨਕਲਾਬੀ ਹੈ, ਬਹੁਤ ਤਕੜਾ ਯੋਧਾ ਹੈ, ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜੀ ਉਹ ਗੱਲ ਪਈ ਹੈ ਕਿ ਨਹੀਂ, ਸਿੱਖ ਸਾਡਾ ਹੀ ਹਿੱਸਾ।
ਸੋ ਇਹ ਗੱਲਾਂ ਘੋਖਣ ਵਾਲੀਆਂ ਹੁੰਦੀਆਂ ਨੇ ਇਤਿਹਾਸ ਦੇ ਵਿੱਚ। ਇਹਨਾਂ ਗੱਲਾਂ ਦੇ ਅਰਥ ਬੜੇ ਡੂੰਘੇ ਹੁੰਦੇ ਨੇ। ਸੋ ਬਹੁਤੇ ਮੈਂ ਇਸ ਦੇ ਆਪਾਂ ਬੜੇ ਹੋਰ ਹਵਾਲੇ ਦਿੱਤੇ ਜਾ ਸਕਦੇ ਨੇ, ਬਹੁਤੇ ਨਹੀਂ। ਮੈਂ ਇੱਕ ਤੁਹਾਨੂੰ ਜਿਵੇਂ ਦਾਲ 'ਚੋਂ ਕੁਛ ਦਾਣੇ ਕੱਢ ਕੇ ਦਿਖਾਈਦੇ ਹੁੰਦੇ ਨੇ, ਉਸ ਤੋਂ ਪਤਾ ਲੱਗ ਜੂ ਕਿ ਇਤਿਹਾਸ ਕਿਵੇਂ ਵਿਗੜਿਆ। ਅਗਲੀ ਗੱਲ, ਜਦੋਂ ਮੈਂ ਕਿਤਾਬ ਲਿਖਣ ਲੱਗਿਆ ਤਾਂ ਮੈਨੂੰ ਇਹ ਸੀ ਵੀ ਇਹਦਾ ਟਾਈਟਲ ਕੀ ਰੱਖਿਆ ਜਾਵੇ। ਟਾਈਟਲ ਦਾ ਮਤਲਬ ਹਾਊ ਟੂ ਡਿਸਕ੍ਰਾਈਬ ਸਰਾਭਾ, ਕਿਉਂਕਿ ਟਾਈਟਲ 'ਚ ਸਰਾਭਾ ਡਿਸਕ੍ਰਾਈਬ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ। ਬਹੁਤ ਸਾਰੇ ਪਹਿਲਾਂ ਵੀ ਕਿਤਾਬਾਂ ਲਿਖੀਆਂ ਬੰਦਿਆਂ ਨੇ, ਕਿਸੇ ਨੇ ਉਹਨੂੰ ਚੌਮੁਖੀਆ ਚਿਰਾਗ ਕਿਹਾ, ਉਹਦੀ ਉਪਮਾ ਦੇ ਵਿੱਚ, ਜਿਹੜਾ ਚਾਰੇ ਪਾਸੇ ਰੌਸ਼ਨੀ ਦਿੰਦਾ ਸੀ। ਕਿਸੇ ਨੇ ਉਸ ਨੂੰ ਗਦਰ ਲਹਿਰ ਦਾ ਮਹਾਨਾਇਕ ਕਿਹਾ, ਕਿਸੇ ਨੇ ਗਾਦਰੀ ਸ਼ਹੀਦਾਂ ਦੇ ਤਾਰਾ ਮੰਡਲ ਦਾ ਚੰਦਰਮਾ ਕਿਹਾ। ਮਤਲਬ ਮੰਨਦੇ ਨੇ ਕਿ ਸਿਰ ਕੱਢ ਹੈ ਸਾਰਿਆਂ 'ਚੋਂ, ਉਹਨੂੰ ਉਸ ਹਿਸਾਬ ਨਾਲ ਉਪਮਾ ਦੇ ਰਹੇ। ਸੋ ਮੈਨੂੰ ਲੱਗਿਆ ਕਿ ਉਹਦੀ ਸਾਰੀ ਸ਼ਖਸੀਅਤ ਨੂੰ ਦਰਸਾਉਂਦਾ ਕੀ ਟਾਈਟਲ ਹੋ ਸਕਦਾ। ਫਿਰ ਮੈਨੂੰ ਲੱਗਿਆ ਕਿ ਤੂਫਾਨਾਂ ਦਾ ਸ਼ਾਹ ਸਵਾਰ, ਕਿਉਂਕਿ ਇਹ ਗੱਲ ਮਹਾਨਾਇਕ ਇੱਕ ਬੜੀ ਨਿਊਟਰਲ ਜੀ ਟਰਮ ਹੈ, ਚੰਦਰਮਾ ਬੜੀ ਨਿਊਟਰਲ ਜੀ ਟਰਮ ਹੈ। ਇੰਨਾ ਹੀ ਪਤਾ ਲੱਗੂ ਕਿ ਸਿਰ ਕੱਢ ਸੀ ਬਸ। ਹੁਣ ਤੂਫਾਨ ਕੀ ਹੈ? ਤੂਫਾਨ ਇੱਕ ਬਹੁਤ ਵੱਡੇ ਜ਼ੋਰ ਤੇ ਵੇਗ ਦਾ ਪ੍ਰਤੀਕ ਹੈ ਕਿ ਜਿਸ ਵੇਗ ਨਾਲ ਵਹਿੰਦਾ ਹੈ ਉਹ ਜੋ ਉਹਦਾ ਸਵੀਪ ਹੈ, ਜਿਹੜਾ ਉਹਦੀ ਸਵਾਰੀ ਕਰੂ ਉਹ ਕਿਹੋ ਜਿਹਾ ਹੋਊ ਭਲਾ। ਜਿਵੇਂ ਕੋਈ ਤਕੜੇ ਘੋੜੇ ਦਾ ਸਵਾਰ ਆਮ ਬੰਦਾ ਨਹੀਂ ਕਰ ਸਕਦਾ। ਸੋ ਪਹਿਲਾਂ ਘੋੜਾ ਕਿਹੋ ਜਿਹਾ ਪਤਾ ਹੋਣਾ ਚਾਹੀਦਾ ਤੁਹਾਨੂੰ, ਐਵੇਂ ਕਿਸੇ ਨੂੰ ਘੋੜ ਸਵਾਰ ਕਹਿ ਦਿਓ ਜਾਂ ਚੰਗਾ ਘੋੜ ਸਵਾਰ। ਸੋ ਘੋੜਾ ਕਿਹੋ ਜਿਹਾ ਤੇ ਫਿਰ ਉਹਦਾ ਸਵਾਰ ਕਿਹੋ ਜਿਹਾ ਪਤਾ ਲੱਗ ਜੂਗਾ। ਸੋ ਇਹਦੇ ਵਿੱਚ ਜਿਹੜਾ ਤੂਫਾਨ ਹੈ, ਉਹਦੇ 'ਚ ਜਿਹੜਾ ਵੇਗ ਹੈ, ਉਹਦੀ ਗਤੀ ਹੈ, ਉਹਦਾ ਮੋਮੈਂਟਮ, ਉਹਦੀ ਸਪੀਡ, ਉਹ ਜਦੋਂ ਤੁਸੀਂ ਦੇਖੋਗੇ ਸਰਾਭੇ ਨੂੰ, ਉਹਦੇ ਵਿੱਚ ਉਹ ਸਾਰੀ ਸਪੀਡ ਹੈ ਕਿ ਕਿੰਨੀ ਛੋਟੀ ਜੀ ਜ਼ਿੰਦਗੀ ਹੈ ਤੇ ਕੀ ਕੁਛ ਕਰ ਗਿਆ। ਅਸੀਂ ਦਿਨਾਂ ਦਾ ਹਿਸਾਬ ਲਾਇਆ ਵੀ ਉਹ ਕਿੰਨੀ ਤਰੀਕ ਨੂੰ ਇਹਨੇ ਹਿੰਦੁਸਤਾਨ 'ਚ ਪੈਰ ਪਾਇਆ ਆ ਕੇ ਤੇ ਕਿੰਨੀ ਤਰੀਕ ਨੂੰ ਫੜਿਆ ਗਿਆ। ਉਹ ਦਿਨ ਗਿਣ ਲਓ, ਗਿਣਤੀ ਦੇ ਦਿਨ। ਉਹਨਾਂ ਦਿਨਾਂ 'ਚ ਉਹਨੇ ਜੋ ਕੁਛ ਕੀਤਾ, ਇਹ ਕਦੇ ਕਦੇ ਯਕੀਨ ਨਹੀਂ ਆਉਂਦਾ ਵੀ ਐਂ ਕਿਵੇਂ ਹੋ ਗਿਆ। ਵੀ ਬੈਠੇ ਬੈਠੇ ਉਹਦੀ ਪਤਾ ਲੱਗਦਾ ਵੀ ਬੰਗਾਲ ਕਲਕੱਤੇ ਗੇੜਾ ਮਾਰਿਆ ਆ ਬੰਗਾਲੀਆਂ ਨਾਲ ਕੰਟੈਕਟ ਕਰਨ ਵਾਸਤੇ। ਉਹ ਜਦੋਂ ਤਰੀਕਾਂ ਕੱਢੀ ਦੀਆਂ ਵੀ ਇੰਨੀ ਤਰੀਕ ਨੂੰ ਉਹ ਇੱਥੇ ਸੀ ਫਿਰੋਜ਼ਪੁਰ, ਇੰਨੀ ਤਰੀਕ ਨੂੰ ਅੰਮ੍ਰਿਤਸਰ ਸੀ, ਇੰਨੀ ਤਰੀਕ ਨੂੰ ਉਹ ਉੱਥੇ ਇਹ ਵੀ ਕਲਕੱਤੇ ਵੀ ਜਾ ਆਇਆ। ਸੋ ਜਦੋਂ ਤੈਅ ਕਰ ਲਈ ਉਹਨਾਂ ਨੇ, ਗਦਰ ਦੀ ਤਰੀਕ ਤੈਅ ਕਰ ਲਈ 21 ਫਰਵਰੀ, ਉੱਥੋਂ ਇੱਕ ਸੁੱਚਾ ਸਿੰਘ ਸੀ ਉਹਦੇ ਨਾਲ ਨੌਜਵਾਨ, ਉਹ ਤੋਂ ਵੀ 2 ਸਾਲ ਛੋਟਾ, ਖਾਲਸਾ ਸਕੂਲ ਦਾ ਹੀ ਸੀ। ਉਸ ਨੇ ਉਹ ਦੋਵੇਂ ਚੱਲ ਪਏ। ਇੱਥੋਂ ਲਾਹੌਰ ਤੋਂ ਚੱਲੇ ਮਥੁਰਾ, ਮਥੁਰੇ ਤੋਂ ਆਗਰਾ, ਸਾਰੀਆਂ ਛਾਉਣੀਆਂ ਦੇ ਵਿੱਚ ਜਾਂਦੇ ਸੀ। ਮਥੁਰੇ ਤੋਂ ਆਗਰਾ, ਆਗਰੇ ਤੋਂ ਬਨਾਰਸ, ਇਲਾਹਾਬਾਦ, ਅਯੁੱਧਿਆ, ਮਤਲਬ ਪਤਾ ਹੀ ਨਹੀਂ ਕਿੰਨੀਆਂ ਛਾਉਣੀਆਂ ਥੋੜ੍ਹੇ ਜਿਹੇ ਦਿਨਾਂ ਵਿੱਚ ਗਾ ਕੇ ਮੁੜਿਆ ਹੈ। ਕਈ ਥਾਵਾਂ 'ਤੇ ਤਾਂ ਪਹਿਲਾਂ ਕੰਟੈਕਟ ਹੁੰਦਾ ਸੀ, ਫਲਾਣੇ ਬੰਦੇ ਕੋਲ ਚਲੇ ਜਾਇਓ। ਕਈ ਥਾਵਾਂ 'ਤੇ ਉਹ ਕਹਿੰਦੇ, ਸਰਕਾਰ ਨੇ ਲਿਖਿਆ ਰਿਪੋਰਟ ਦੇ ਵਿੱਚ ਵੀ ਕੋਈ ਪਤਾ ਵੀ ਨਹੀਂ, ਜਾਣਦੇ ਹੀ ਨਹੀਂ ਕਿਸੇ ਨੂੰ, ਸਿੱਧੀ ਧੁੱਸ ਦਿੱਤੀ, ਬੈਰਕਾਂ 'ਚ ਗਏ। ਉੱਥੇ ਕੋਈ ਸਰਦਾਰ ਦੇਖੇ ਫੌਜੀ, ਸਤਿ ਸ੍ਰੀ ਅਕਾਲ ਬੁਲਾਈ, ਗੱਲ ਸ਼ੁਰੂ ਕਰ ਲਈ। ਹੁਣ ਜਿਹੜੀ ਸਰਾਭੇ ਦੀ ਸ਼ਖਸੀਅਤ 'ਚ ਇਹ ਗੱਲ ਸੀ ਨਾ ਕਿ ਜਿਹਨੂੰ ਮਿਲ ਲੈਂਦਾ ਸੀ ਉਹਨੂੰ ਮਰਨ ਵਾਸਤੇ ਤਿਆਰ ਕਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮਰਨ ਵਾਸਤੇ, ਜਿੱਥੇ ਸਾਫ਼ ਪਤਾ ਹੈ ਵੀ ਅੱਜ ਜੇ ਸਰਾਭੇ ਦੀ ਕਹੀ ਹੋਈ ਗੱਲ ਮੰਨਦੇ ਆ, ਇਹਦੇ ਨਾਲ ਚੱਲਦੇ ਆ, ਇੱਥੇ ਮੌਤ ਹੋਣੀ ਹੈ, ਇਹ MLA ਦੀ ਟਿਕਟ ਨਹੀਂ ਮਿਲਣੀ। ਸੋ ਉਸ ਗੱਲ ਵਾਸਤੇ ਬੰਦੇ ਨੂੰ ਤਿਆਰ ਕਰਨਾ ਜਿਹਦਾ ਮਤਲਬ ਤੁਹਾਡੇ 'ਚ ਕਿਹੋ ਜਿਹੀ ਸ਼ਕਤੀ, ਉਹ ਸ਼ਖਸੀਅਤ 'ਚ ਕੀ ਹੋ। ਸੋ ਇਤਿਹਾਸ ਲਿਖਣ ਵੇਲੇ ਇਹ ਪ੍ਰੋਬਲਮ ਆਉਂਦੀ ਹੈ। ਅਸੀਂ ਗੱਲਾਂ ਤਾਂ ਦੱਸ ਦਿਆਂਗੇ, ਉਹਨੇ ਆਹ ਕੀਤਾ, ਆਹ ਕੀਤਾ, ਆਹ ਕੀਤਾ, ਉਹਦੇ ਅੰਦਰਲੀ ਉਹ ਊਰਜਾ, ਉਹ ਸ਼ਕਤੀ, ਉਹ ਆਭਾ, ਉਹ ਕਿਵੇਂ ਸ਼ਬਦਾਂ 'ਚ ਕਿਵੇਂ ਬਿਆਨ ਕਰ ਸਕਦਾ। ਉਹ ਤਾਂ ਬਹਿ ਕੇ ਚਿੰਤਨ ਕਰੀ ਚਲੋ, ਸੋਚੀ ਜਾਓ ਉਹਦੇ ਬਾਰੇ, ਬਸ ਉਹ ਸ਼ਬਦਾਂ 'ਚ ਨਹੀਂ ਆ ਸਕਦੀ। ਜਿਹੜਾ ਮੇਰਾ ਇੰਨਾ ਚਿਰ ਲੱਗਿਆ ਲਿਖਣ ਨੂੰ, ਉਹ ਇਕੱਲਾ ਤੱਥਾਂ ਦਾ ਰੌਲਾ ਨਹੀਂ ਸੀ। ਸੋ ਮੇਰਾ ਜੀ ਕੀਤਾ ਕਿ ਇਹਦੇ ਨਾਲ ਪੂਰੀ ਵਫਾ ਹੋਵੇ, ਅਤੇ ਉਹ ਹੋ ਨਹੀਂ ਸਕਦੀ ਹੁੰਦੀ। ਤੁਸੀਂ ਇੱਥੋਂ ਤੱਥ ਇਕੱਠਾ ਕਰ ਲਿਆ, ਉੱਥੋਂ ਦੱਸ ਦਿਓਗੇ ਸਰਾਭੇ ਨੇ ਆਹ ਕੀਤਾ, ਆਹ ਕੀਤਾ, ਆਹ ਕੀਤਾ। ਉਹ ਸਰਾਭਾ ਕੀ ਸੀ, ਉਹ ਤਾਂ ਜਿਹਨੇ ਦੇਖਿਆ, ਜਿਹੜੇ ਨਾਲ ਵਿਚਰੇ ਨੇ, ਉਹਨਾਂ ਨੂੰ ਪਤਾ ਹੋ ਸਕਦਾ ਹੈ।
कि जो बंदे नाल गल करदा हो, जो 2 मिनट च ही बंदे नूं तैयार करदा हो, तो की करदा हो भला? वो किहो जी कशिश सी उहदे च, जिहड़ी एक उदाहरण आउंदी है कि लुधियाणे तो बैठा ट्रेन दे विच जलंधर तक, डब्बे दे विच ही एक फौजी देखिया, उहदे कोले जा बैठा, सरदार फौजी सीगा, उहदे नाल गल्लां करन लग गया। तो जलंधर तक जांदा जदों हत्थ मिलाए उन्होंने, तो ये गल निकली कि वह मियाँ मीर दी छाउनी जिहड़ी लाहौर दी है, वो तो जिहड़ा मैगजीन है जिथे असला खाना है, वो असले खाने का इंचार्ज सी, ਉਹਦੀ ड्यूटी उत्थे सी, वो चाबियां ਉਹਦੇ ਕੋਲੇ ਹੁੰਦੀਆਂ ਸੀ। सो सराबे ਨਾਲ हत्थ मिलाया, कहता जिद्दे लोड़ पऊ मेरे को आयो, चाबियां ਤੁਹਾਡੇ ਸਪੁਰਦ। तो जिहदा नतीजा पता सी मौत। सो राह 'ਚ ਜਾਂਦੇ नहीं आए तैयार कर लेना, तो वो कोई आम बंदा थोड़ा होगा। सो वह किताब शब्दां राही नहीं बयान किया जा सकता, ना बोल के दस्या जा सकता। सो इतिहासकार सामने जो किसी इनकलाबी बारे कुछ लिखना है, तो वह जज्बा, वो हाव भाव, अज तत्थ तो साढ़े कोले पे न, पर वह गल करन दा अंदाज वो किवें करदा हो, उहदियां उदों अखां, उहदा चेहरा भी वो किहो जिहा हुंदा हो। सो मैं कोशिश की, मैं जरनैल सिंह आर्टिस्ट नूं कहा, जिहड़ा कि बहुत वड्डा आर्टिस्ट है, मेरी उहदे नाल दोस्ती है। मैं कहा यार मैं सराबे बारे किताब लिख रहा, तो वहदा एक चित्र बना तू, जे बना सकदा जिहदे च उहदे च ओह इनकलाबी जोश मगदा होवे। चलो उन्हें, हालांकि बहुत वड्डा कलाकार है, आर्टिस्ट है, उहदे कोल समा भी नहीं सी, पर उन्हें मेरे इक्को बोल ते ये काम शुरू किया। एक बनाया, मैनू ठीक ना लग्या, फिर दूजा बनाया, पर चलो उन्हें तो आपका जोर लाता, बड़ा सोहना बना भी दिता, पर यह प्रॉब्लम आउंदी है भी हुण मैं उन्होंने किवें दस्सां भी इह की पा। तो जिहड़े बंदे दा आपदा अनुभव नहीं, कदे इस तरह के काम नहीं कीते, वो हुण उसनूं किवें चितवे भी वो इहो जिहा होऊगा, ये दिक्कत आउंदी है। यतन किया चित्रां राहीं भी, शब्दां राहीं भी, बोलां राहीं भी सराबे नूं दर्शाया जाए, डिस्क्राइब किया जाए, पर नहीं, शब्द भी हार जाते हैं, तो चित्र तो नेड़े तेड़े भी नहीं पहुँच सकता। सो जिहड़े बंदे इन्हां कामां 'च रहे न, भाई दलजीत सिंह जी बैठे ने इत्थे, भी जिहड़ा बंदा जिंदगी 'च कदे मौत नाल खह के नहीं लंघिया, उहनूं की पता लगू सराबा की सी। सो ये जिहड़ा इतिहास है, जिहड़ा तुसीं खास करके बच्चों नूं मेरी ये हैगी बेनती कि जो पढ़ लिया उही गाहां बोलता, इस तरह ना करो। ये शहीदां नाल जुल्म है एक हिसाब का। पहला देखो किने लिखिया, किस मनशा नाल लिखिया, किस भावना नाल लिखिया, लियाओ लभो असली गल्लां। आ जिहड़ा सोहण सिंह भाखड़ा ने कहा भी वो गल्लां लभीआं जाण। सो मेरा ख्याल है कि बहुता समा ना लईए, ये गल्लां हुंदियां रहणगीआं। मैं सिर्फ किताब बारे थोड़ा डिस्क्राइब करना सी। इक्को गल मैं होर अखीर ते करनी चाहुंदा कि ये कहा जाता है कि करतार सिंह सराभा उच्च विद्या प्राप्त करने लिए अमरीका गया। ये बड़ी चंगी भी लगती है सारिਆਂ ਨੂੰ, क्योंकि सानू यह भी उच्च विद्या प्राप्त करनी बहुत वधिया गल है। तो उच्च जिहदी उच्ची विद्या होवे उहदे प्रति सानू लगदा भी वो बहुत वड्डा बंदा है। तो आम ये सारे लिखा होया कि बर्कले यूनीवर्सिटी दे विच पढ़िया। हुण उही समस्या सानू उत्थे फेर आ गई। पहली गल तो इत्थे बोल के गए सी कि जनवरी 1912 च गया, जनवरी 1912 च नहीं गया, वो जुलाई 1912 च उत्थे पहुंचे। जुलाई च जाके सानू ये सी भी उन्हें हो सकता जिहड़ा वो समैसटर है 12 का दूजा समैसटर उहदे च दाखला लिया होना जाके बर्कले यूनीवर्सिटी। पर उदों बाद बाबा जवाला सिंह की डायरी च नोट है कि दसंबर च मैं अस्टोरिया गया, उत्थे करतार सिंह सराभा एक मिल च काम करदा सी। रात असीं उन्हां कोले ठहरे, नाल उहदे पिंड दे रुलिया सिंह ते अर्जन सिंह सी। सो वो कहंदा भी वो पढ़न वास्ते आया सी, पर उन्हें जे दाखला नहीं लिया सी, जिहदा मतलब उन्हें उस समैसटर का दाखला नहीं लिया। सो वो कहंदा भी असीं उहनूं फिर कहा भी तू हुण जा, तू पढ़, बाकी काम असीं कर लांगे। तो जनवरी दे विच दूजा समैसटर शुरू होना सीगा बर्कले यूनीवर्सिटी का।
ਜਦੋਂ ਅਸੀਂ ਫੇਰ ਉਹ ਤੱਥ ਦੇਖਣ ਲੱਗੇ, ਉਹ ਫੇਰ ਉਹਦਾ ਵੀ ਉਹ ਤਾਂ ਜੂਲੋ ਕਾਊਂਟੀ 'ਚ ਫਿਰਦਾ ਹੈ, ਉਹਨੇ ਦਾਖਲਾ ਕਿਹੜੇ ਵੇਲੇ ਲੈ ਲਿਆ। ਉਸ ਤੋਂ ਬਾਅਦ ਪਾਰਟੀ ਬਣ ਗਈ, ਪਾਰਟੀ 'ਚ ਤਾਂ ਸਰਗਰਮ ਹੋ ਗਿਆ, ਪੇਪਰ ਕੱਢਣ ਲੱਗ ਗਿਆ ਵੀ ਦਾਖਲਾ ਕਿਹੜੇ ਵੇਲੇ ਕਿੱਥੇ ਲੈ ਲਿਆ। ਅਲਟੀਮੇਟਲੀ ਅਸੀਂ ਯੂਨੀਵਰਸਿਟੀ ਕੋਲੇ ਪਹੁੰਚੇ, ਉਹਨਾਂ ਨੂੰ ਕਿਹਾ ਵੀ ਸਾਡਾ ਬੰਦੇ ਦਾ ਨਾ ਇੱਕ ਪਤਾ ਕਰਕੇ ਦਿਓ ਕਿਹੜੇ ਸਾਲ ਕਿਹੜੇ ਸਬਜੈਕਟ 'ਚ ਉਹਨੇ ਦਾਖਲਾ ਲਿਆ। ਉਹਨਾਂ ਨੇ ਸਾਰਾ ਰਿਕਾਰਡ ਫਰੋਲਤਾ, 1912 ਦਾ ਵੀ, 13 ਦਾ ਵੀ, ਕਹਿੰਦੇ ਕਹੋਂ ਤਾਂ 14 ਦਾ ਵੀ ਫਰੋਲ ਦਿੰਦੇ ਆ। ਉਹ ਕਹਿੰਦੇ ਇਸ ਨਾਂ ਦਾ ਬੰਦਾ ਸਾਡੇ ਕਦੇ ਵੀ ਦਾਖਲ ਹੋਇਆ ਨਹੀਂ ਇੱਥੇ, ਕਿਉਂਕਿ ਸਾਨੂੰ ਵੀ ਲੱਗਦਾ ਸੀ। ਹੁਣ ਜਿਹੜੇ ਬੰਦੇ ਇਹ ਕਹਿੰਦੇ ਨੇ ਕੋਈ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਗਿਆ, ਉਹ ਜੇ ਯੂਨੀਵਰਸਿਟੀ 'ਚ ਨੂੰ ਦਾਖਲ ਨਹੀਂ ਕਰਾਉਂਦੇ ਤਾਂ ਉਹ ਗੱਲ ਨਹੀਂ ਬਣਦੀ। ਸੋ ਮੇਰੀ ਸਮਝ ਇਹ ਬਣੀ ਕਿ ਉਹ ਕੋਈ ਉੱਚ ਵਿੱਦਿਆ ਪ੍ਰਾਪਤ, ਇਹ ਸਾਨੂੰ ਲੱਗਦਾ ਹੁੰਦਾ। ਹੋ ਸਕਦਾ ਉਹਦਾ ਸੁਚੇਤ ਮਨ ਜਿਹੜਾ ਹੈ ਉਹ ਇਹੀ ਸੋਚ ਕੇ ਗਿਆ ਹੋਵੇ ਕਿ ਮੈਂ ਇੰਜੀਨੀਅਰਿੰਗ ਕਰਨੀ ਹੈ। ਮੇਰਾ ਸੁਚੇਤ ਮਨ ਵੀ ਇਹੀ ਸੋਚ ਕੇ ਇੰਜੀਨੀਅਰਿੰਗ ਕਾਲਜ 'ਚ ਮੈਂ ਦਾਖਲਾ ਲਿਆ ਸੀ। ਪਰ ਜ਼ਿੰਦਗੀ ਦੇ ਫੈਸਲੇ ਹਮੇਸ਼ਾ ਤੁਹਾਡੇ ਸੁਚੇਤ ਮਨ ਨੇ ਨਹੀਂ ਕਰਨੇ ਹੁੰਦੇ, ਉਹ ਕਿਤੋਂ ਹੋਰ ਲਿਖੇ ਹੁੰਦੇ ਨੇ, ਉਹ ਰਾਹ ਕਿਤੋਂ ਹੋਰ ਉਲੀਕੇ ਪਏ ਹੁੰਦੇ ਨੇ, ਕਿਹਨੇ ਕੀ ਕਰਨਾ ਤੇ ਕਿੱਧਰ ਜਾਣਾ। ਸੋ ਮੇਰਾ ਖਿਆਲ ਹੈ ਕਿ ਸਰਾਭਾ ਨੇ ਜਿਸ ਰਾਹ ਪੈਣਾ ਸੀ ਉਹ ਇੱਕ ਵੱਖਰਾ ਰਾਹ ਸੀ। ਉਹਦੇ ਵਾਸਤੇ ਅਮਰੀਕਾ ਪਹੁੰਚਣਾ ਜ਼ਰੂਰੀ ਸੀ। ਬਸ ਅਮਰੀਕਾ ਪਹੁੰਚਿਆ, ਜਾ ਕੇ ਠੀਕ ਬੰਦਿਆਂ ਦੇ ਸੰਪਰਕ 'ਚ ਆ ਗਿਆ, ਅਤੇ ਜਿਹੜਾ ਇਹ ਕਿਹਾ ਇੱਥੇ ਪਹਿਲਾਂ ਜਿਹੜਾ ਆਪਣਾ ਵਿਦਿਆਰਥੀ ਨੌਜਵਾਨ ਬੋਲ ਕੇ ਗਿਆ ਕਿ ਕੈਲੀਫੋਰਨੀਆ ਵਾਲੇ ਬਾਅਦ 'ਚ ਪਾਰਟੀ 'ਚ ਸ਼ਾਮਲ ਹੋਏ, ਉਹ ਉਹੀ ਆ ਜਿਹੜਾ ਸੋਹਣ ਸੁਭਾਖਣਾ ਨੇ ਜਿਹੜਾ ਲਿਖਿਆ ਵੀ ਇਤਿਹਾਸ ਕਿਵੇਂ ਵਿਗਾੜਿਆ ਗਿਆ। ਇਹ ਮੋਢੀ ਸੀ, ਕੈਲੀਫੋਰਨੀਆ ਵਾਲੇ ਮੋਢੀ ਸੀਗੇ ਸਾਰੇ ਕੁਛ ਦੇ। ਬਾਬਿਆਂ ਨੇ ਜਾ ਕੇ ਗੁਰਦੁਆਰਾ ਸਟਾਕਟਨ ਦਾ ਸਭ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ। ਇਹਨਾਂ ਨੇ ਸੋਝੀ ਫੈਲਾਈ। ਚਲੋ, ਸੋ ਸਰਾਭੇ ਨੇ ਬਰਕਲੇ ਯੂਨੀਵਰਸਿਟੀ 'ਚ ਦਾਖਲਾ ਨਹੀਂ ਲਿਆ। ਇਹਦੇ ਨਾਲ ਉਹ ਛੋਟਾ ਨਹੀਂ ਬਣ ਜਾਂਦਾ। ਜੇ ਉਹ ਇੰਜੀਨੀਅਰਿੰਗ ਕਰ ਵੀ ਜਾਂਦਾ, 3400 ਬੰਦੇ ਇੰਜੀਨੀਅਰਿੰਗ ਕਰੀ ਫਿਰਦੇ ਨੇ, ਇਹ ਕੋਈ ਵੱਡੀ ਗੱਲ ਨਹੀਂ ਸੀ। ਜੋ ਉਹਨੇ ਕੀਤਾ ਉਹ ਹਰ ਇੱਕ ਤੋਂ ਨਹੀਂ ਹੁੰਦਾ। ਸੋ ਸੁਚੇਤ ਮਨ ਨੇ ਸ਼ਾਇਦ ਉਹਨੂੰ ਉੱਧਰ ਨੂੰ ਤੋਰਿਆ ਹੋਵੇ, ਪਰ ਉਹ ਐਕਚੁਅਲੀ ਉਹਨੇ ਕਿਤੇ ਹੋਰ ਪਹੁੰਚਣਾ ਸੀ, ਅਤੇ ਉੱਥੇ ਜਾਂਦੇ ਹੀ ਉਹਨੇ ਫੈਸਲਾ ਕਰ ਲਿਆ ਸੀ ਕਿ ਨਹੀਂ ਪੜ੍ਹਨਾ, ਅਤੇ ਆਪਦੇ ਕੰਮ 'ਚ ਜੁਟ ਗਿਆ। ਫਿਰ ਜਿਸ ਲਗਨ ਨਾਲ ਜੁਟਿਆ, ਉਹ ਜਿਸ ਸਪੀਡ ਨਾਲ ਜੁਟਿਆ, ਜਿਵੇਂ ਉਹਨੇ ਕੰਮ ਕੀਤਾ, ਇਹ ਹੈਰਾਨੀ ਵਾਲੀ ਗੱਲ ਹੀ ਹੈ। ਹਵਾਈ ਜਹਾਜ਼ ਸਿੱਖਣ ਦਾ ਫੈਸਲਾ ਹੋਇਆ, ਇਹ ਤਾਂ ਅਸੀਂ ਪੜ੍ਹ ਲਿਆ ਵੀ ਉੱਥੇ ਫੈਸਲਾ ਹੋਇਆ ਅਤੇ ਉਹ ਚਲਿਆ ਗਿਆ ਨਿਊਯਾਰਕ ਜਹਾਜ਼ ਸਿੱਖਣ। ਪਰ 1.5 ਮਹੀਨੇ ਬਾਅਦ ਹੀ ਮਤਲਬ ਜ਼ਿਕਰ ਆ ਰਿਹਾ ਵੀ ਉਹ ਤਾਂ ਉੱਥੇ ਵਾਪਸ ਸੈਨ ਫਰਾਂਸਿਸਕੋ 'ਚ, ਜਿਹਦਾ ਮਤਲਬ ਉਹਨੇ 5 ਹਫ਼ਤਿਆਂ 'ਚ ਹਵਾਈ ਜਹਾਜ਼ ਚਲਾਉਣਾ ਸਿੱਖ ਲਿਆ। ਹੁਣ ਤੁਸੀਂ ਦੇਖੋ ਵੀ ਇੱਕ ਬਿਲਕੁਲ ਹੀ, ਉਦੋਂ ਉਹਦੀ ਉਮਰ 16.5-17 ਸਾਲ ਸੀ, ਵੀ ਇੰਨੇ ਥੋੜ੍ਹੇ, ਜਿਹੜਾ ਮੈਂ ਤੂਫਾਨਾਂ ਦਾ ਸ਼ਾਹ ਸਵਾਰ ਕਿਹਾ, ਉਹ 5 ਸਾਲ ਨਹੀਂ ਲਾਊਗਾ ਜਹਾਜ਼ ਸਿੱਖਣ ਨੂੰ। ਜਿਹੜੇ ਆਮ ਬੰਦੇ ਨੇ ਜਿਹੜੇ ਕੰਮ ਇੰਨੇ ਸਾਲਾਂ 'ਚ ਸਿੱਖਣੇ ਨੇ, ਉਹਨੇ ਉਹ ਦਿਨਾਂ 'ਚ ਸਿੱਖਣੇ ਨੇ। ਉਦੋਂ ਕਿਉਂਕਿ ਇਤਿਹਾਸ ਨੇ ਉਦੋਂ ਪੈਂਡਾ ਜਿਹੜਾ ਸਦੀਆਂ ਦਾ ਉਹ ਸਾਲਾਂ 'ਚ ਤੈਅ ਕਰਨਾ ਹੁੰਦਾ, ਅਤੇ ਉਸ ਇਤਿਹਾਸ ਦੇ ਨਾਲ ਤੁਰਨ ਵਾਲਾ ਬੰਦਾ ਵੀ ਉਨੀ ਹੀ ਰਵਾਨਗੀ ਚਾਹੀਦੀ ਉਹਦੇ 'ਚ। ਸੋ ਇਹ ਜਿਹੜੀ ਗੱਲ ਹੈ ਕਿ ਜਿਹੜਾ ਵੀ ਤੁਸੀਂ ਫੈਸਲਾ ਸੋਚ ਕੇ ਕੀ ਕਰਦੇ ਹੋ, ਉਹ ਅੱਜ ਵੀ ਜਿਹੜਾ ਇੱਥੇ ਪ੍ਰੋਗਰਾਮ ਦਾ ਸਾਡਾ ਇਤਫਾਕ ਬਣਿਆ ਕਿਤਾਬ ਇੱਥੇ ਰਿਲੀਜ਼ ਕਰਨ ਦਾ, ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਇਹ ਸੋਚਿਆ ਸੀ ਕਿਤਾਬ ਕਿੱਥੇ ਰਿਲੀਜ਼ ਹੋਵੇ, ਇੱਕ ਵਾਰ ਮਨ 'ਚ ਆਇਆ ਸੀ ਕਿ ਸਰਾਭੇ ਪਿੰਡ 'ਚ ਹੀ ਕਰੀਏ, ਪਰ ਫਿਰ ਮਨ 'ਤੇ ਇੱਕ ਵਿਚਾਰ ਭਾਰੂ ਹੋ ਗਿਆ ਕਿ ਨਹੀਂ, ਇਹਨੂੰ ਉੱਥੇ ਕਰੀਏ ਜਿੱਥੇ ਬੰਦੇ ਸਿਧਾਂਤਕ ਤੌਰ 'ਤੇ ਥੋੜ੍ਹੇ ਵੱਧ ਮੈਚਿਓਰ ਹੋਣ। ਉਹ ਸਾਨੂੰ ਲੱਗਿਆ ਪੰਜਾਬੀ ਯੂਨੀਵਰਸਿਟੀ 'ਚ, ਵੀ ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀ, ਅਧਿਆਪਕ ਜਾਂ ਹੋਰ ਜਿਨ੍ਹਾਂ ਨੂੰ ਪਤਾ ਇਹਨਾਂ ਗੱਲਾਂ ਦਾ, ਉੱਥੇ ਜਾ ਕੇ ਆਪਾਂ ਇਹ ਗੱਲ ਕਰੀਏ, ਉੱਥੇ ਕਿਤਾਬ ਜਾ ਕੇ ਰਿਲੀਜ਼ ਕਰੀਏ। ਸੋ ਸਾਡਾ ਤਾਂ ਫੈਸਲਾ ਇਹ ਸੀ, ਸੁਚੇਤ ਮਨ ਨੇ ਤਾਂ ਇਹ ਫੈਸਲਾ ਕੀਤਾ ਸੀ। ਬਾਅਦ 'ਚ ਰਾਹੀ ਦਾ ਫੋਨ ਆਇਆ, ਕਹਿੰਦਾ ਵੀ ਸਰਾਭੇ ਵਾਲੇ ਤਾਂ ਇਸ ਗੱਲ ਦੇ ਉੱਤੇ ਨਾਰਾਜ਼ ਨੇ, ਉਹਨਾਂ ਦੀ ਤਾਂ ਬਹੁਤ ਇੱਛਾ ਸੀ ਵੀ ਸਾਡੇ ਇੱਥੇ ਆ ਕੇ ਰਿਲੀਜ਼ ਹੋਵੇ, ਕਿਉਂਕਿ ਮਾਣ ਹੈ ਇਹਨਾਂ ਨੂੰ ਸਰਾਭੇ ਆਪਣੇ ਸ਼ਹੀਦ 'ਤੇ, ਪਿਆਰ ਹੈ ਉਹਦੇ ਨਾਲ, ਲਗਾਅ ਹੈ। ਸੋ ਜਜ਼ਬਾ ਵਿਚਾਰਾਂ 'ਤੇ ਕਿਵੇਂ ਭਾਰੂ ਹੋ ਜਾਂਦਾ ਹੈ। ਅਸੀਂ ਕਈ ਵਾਰ ਵਿਚਾਰਾਂ ਨੂੰ ਬਹੁਤ ਵੱਡੀ ਗੱਲ ਸਮਝ ਲੈਂਦੇ ਹਾਂ ਕਿ ਵਿਚਾਰ ਹੀ ਸਭ ਕੁਝ ਕਰ ਦਿੰਦੇ ਆ। ਬਸ ਵਿਚਾਰ ਹਾਰ ਮੰਨ ਜਾਂਦੇ ਨੇ ਜਜ਼ਬੇ ਸਾਹਮਣੇ। ਅਸੀਂ ਮੰਨ ਲਈ,
ਜਦੋਂ ਇਹਨੇ ਫੋਨ ਕੀਤਾ ਮੈਨੂੰ ਇੱਕਦਮ ਗਲਤੀ ਲੱਗੀ ਆਪਦੀ ਵੀ ਸਾਥੋਂ ਤਾਂ ਬਹੁਤ ਵੱਡੀ ਕੁਤਾਹੀ ਹੋ ਗਈ ਸੀ। ਉਹਨਾਂ ਦੀ ਇੰਨੀ ਨੇਕ ਭਾਵਨਾ, ਇੰਨੀ ਸੁੱਚੀ ਭਾਵਨਾ ਪਿੰਡ ਵਾਲਿਆਂ ਦੀ, ਤੇ ਉਹ ਤਾਂ ਬੜੀ ਠੀਕ ਹੈ ਗੱਲ। ਇਸ ਤਾਂ ਗਲਤੀ ਕਰ ਲਈ ਸੀ ਸਿਰਫ ਇਹ ਸੋਚ ਕੇ ਵੀ ਉੱਥੇ ਵੱਧ ਵਿਚਾਰ ਜਾਣਨ ਵਾਲੇ ਬੰਦੇ ਨੇ, ਫਿਰ ਗੋਲੀ ਮਾਰੋ ਇਹੋ ਜਿਹੇ ਵਿਚਾਰਾਂ ਨੂੰ। ਗੱਲ ਭਾਵਨਾ ਦੀ ਹੈ, ਭਾਵਨਾ ਤੇ ਸੁੱਚੀ ਭਾਵਨਾ ਦਾ ਵਿਚਾਰਾਂ ਨਾਲ ਕੋਈ ਮੁਕਾਬਲਾ ਹੀ ਨਹੀਂ। ਸੋ ਆਹ ਤੁਸੀਂ ਦੇਖੋ, ਮਤਲਬ ਵੀ ਅਸੀਂ ਸੋਚਿਆ ਕੀ ਸੀ, ਹੋਇਆ ਕੀ, ਤੇ ਠੀਕ ਹੋਇਆ। ਐਵੇਂ ਸਰਾਬੇ ਦਾ ਹੋਇਆ। ਉਹ ਕੀ ਸੋਚ ਕੇ ਗਿਆ ਸੀ ਛੱਡੋ, ਐਕਚੁਅਲੀ ਕੀ ਵਾਪਰਿਆ ਇਹ ਇਸ ਤਰ੍ਹਾਂ ਹੀ ਵਾਪਰ। ਸੋ ਅੱਜ ਮੇਰਾ ਖਿਆਲ ਆਪਾਂ ਇੰਨੀਆਂ ਕੀ ਵਿਚਾਰਾਂ ਤੇ ਸਮਾਪਤ ਕਰੀਏ। ਗੱਲ ਤਾਂ ਇਹ ਜਿੰਨੀ ਮਰਜ਼ੀ ਲੰਬੀ ਕਰੀ ਚੱਲੀਏ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।